वाहेगुरु गुरु गरीब नवाज सूरा सो पहचानिए जो लरे दीन के हेतु पुरजा पुरजा कट मरे कबहू ना छाड़े खे कल समुंदर भये रूप प्रगट हर नाम उदाहरण बस है संत जिस हृदय दुख दर्द निवारण निर्मल भेख अपार तास बिन अवर न कोई मन बच जिन जानियो भयो तेह समसर सोई तरन गगन नव खंड मह तरन गगन नव खंड मह जोत स्वरूपी रह्यो पर पान मथुरा कछ भेद नहीं गुर अर्जन परतख हर गुर अर्जन परतख हर पान मथुरा कछ भेद नहीं पान मथुरा कछ भेद नहीं गुर अर्जन परतख हर पान मथुरा कछ भेद नहीं पान मथुरा कछ भेद नहीं मथुरा कछ भेद नहीं गुर अर्जन परतख हर गुर अर्जन परतख हर पान मथुरा गुर अर्जन परतख हर गुर अर्जन परतख हर पान मथुरा कछ भेद नहीं पान मथुरा कछ भेद नहीं पान मथुरा कछ भेद नहीं पान मथुरा कछ भेद नहीं
ਗੁਰ ਅਰਜਨ ਪਰ ਤਖ ਹਰ, ਗੁਰ ਅਰਜਨ ਪਰ ਤਖ ਹਰ। ਗੁਰ ਅਰਜਨ ਪਰ ਤਖ ਹਰ, ਗੁਰ ਅਰਜਨ ਪਰ ਤਖ ਹਰ। ਬਾਣ ਧਰਮ ਦੀ ਕਦੇ ਨਾ ਛੱਡੀਏ, ਪੰਜ ਦੁਖੜੇ ਹਜ਼ਾਰ ਚੱਲੀਏ। ਬਾਣ ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਬਾਣ ਦੁਖੜੇ ਹਜ਼ਾਰ ਚੱਲੀਏ। ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਬਾਣ ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਦੁਖੜੇ ਹਜ਼ਾਰ ਚੱਲੀਏ, ਦੁਖੜੇ ਜੀ ਹਜ਼ਾਰ ਚੱਲੀਏ। ਦੁਖੜੇ ਜੀ ਹਜ਼ਾਰ ਚੱਲੀਏ, ਦੁਖੜੇ ਹਜ਼ਾਰ ਚੱਲੀਏ। ਬਾਣ ਧਰਮ ਦੀ ਕਦੇ ਨਾ, ਹਾਂਜੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। ਬਾਣ ਧਰਮ ਦੀ ਕਦੇ ਨਾ ਛੱਡੀਏ, ਦੁਖੜੇ ਹਜ਼ਾਰ ਚੱਲੀਏ। तो प्रेम खेलन का चाओ, सिर तर तली गली मेरी आओ। इस मार्ग पैर तरीजै, सिर दीजै कान न कीजै। जुगो जुग अटल जबर तख्त दे मालक, गुरगद्दी ते विराजमान प्रतख सतगुरु सारी दुनिया दे सांझे रहबर। धन धन श्री गुरु ग्रंथ साहिब महाराज जी के चरणों में जुड़ बैठी गुरु रूप गुरु प्यारी गुरु सवारी साध संगत जी आओ। रसना नूं पवित्र करो, गज के सरबत संगत प्यार नाल आखो जी वाहिगुरु जी का खालसा वाहिगुरु जी की फतेह। बड़ी कृपा बख्शिश सतगुरु महाराज ने की है।
ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦੁਨੀਆ ਨੂੰ, ਸੰਸਾਰ ਨੂੰ ਆਤਮਿਕ ਸ਼ਾਂਤੀ ਦੇਣ ਵਾਲੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸਮਾਂ ਮਿਲਿਆ ਹੈ। ਜਿੱਥੇ ਦੇਸ਼ਾਂ ਤੇ ਵਿਦੇਸ਼ਾਂ ਦੇ ਅੰਦਰ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸ਼ਹੀਦੀ ਦਿਹਾੜਾ ਬੜੇ ਬੈਰਾਗਮਈ ਢੰਗ ਦੇ ਨਾਲ ਗੁਰੂ ਕੀਆਂ ਸੰਗਤਾਂ ਗੁਰੂ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ, ਗੁਰੂ ਜੀ ਦੀ ਪਵਿੱਤਰ ਬਾਣੀ ਸੁਣ ਕੇ ਔਰ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਜਿੱਥੇ ਆਪਣੇ ਸਮੇਂ ਨੂੰ ਸਫਲ ਕਰ ਰਹੀਆਂ ਨੇ, ਉੱਥੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਵਿੱਚ, ਮੁਬਾਰਕ ਚਰਨਾਂ ਦੇ ਵਿੱਚ ਬਿਠਾ ਕੇ ਗੁਰੂ ਜੀ ਦੀ ਬਾਣੀ ਪੜ੍ਹਨ, ਸੁਣਨ ਤੇ ਗਾਉਣ ਦਾ ਉਦਮ ਜਿਹੜਾ ਹੈ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਾਫੀ ਦਿਨਾਂ ਤੋਂ ਲੈ ਕਰਕੇ ਮਾਈਆਂ, ਬੀਬੀਆਂ, ਭੈਣਾਂ, ਬੱਚਿਆਂ ਨੇ ਔਰ ਸਾਰੀ ਸੰਗਤ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਕਾਫੀ ਦਿਨਾਂ ਤੋਂ ਇਹ ਗੁਰੂ ਜੀ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਹਨ। ਇਹ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੀ ਸਾਡੀ ਭਾਵਨਾ ਹੈ, ਸਾਡੀ ਸ਼ਰਧਾ ਹੈ, ਸਾਡਾ ਪਿਆਰ ਹੈ। ਅਸੀਂ ਯਾਦ ਉਸ ਨੂੰ ਕਰਦੇ ਹਾਂ ਜਿਹਦੇ ਨਾਲ ਸਾਡਾ ਨਿਉ ਹੁੰਦਾ ਹੈ, ਜਿਹਦੇ ਨਾਲ ਸਾਡਾ ਪਿਆਰ ਹੁੰਦਾ ਹੈ। ਪਿਆਰ ਤੋਂ ਬਿਨਾਂ, ਨਿਹੋਂ ਤੋਂ ਬਿਨਾਂ ਕਿਸੇ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਹੈ, ਸਾਡਾ ਪਿਆਰ ਹੈ, ਭਾਵਨਾ ਹੈ, ਸ਼ਰਧਾ ਹੈ, ਤਾਂ ਕਰਕੇ ਅਸੀਂ ਗੁਰੂ ਜੀ ਨੂੰ ਯਾਦ ਕਰ ਰਹੇ ਹਾਂ। ਸਦਾ ਹੀ ਗੁਰੂ ਸਾਹਿਬ ਜੀ ਸਾਡੇ ਹਿਰਦਿਆਂ ਵਿੱਚ ਵਸਣ, ਗੁਰੂ ਜੀ ਦੀ ਬਾਣੀ ਸਾਡੇ ਹਿਰਦਿਆਂ ਵਿੱਚ ਵਸੇ। ਉਹ ਸਮਾਂ ਕਦੇ ਨਾ ਆਵੇ ਜਦੋਂ ਅਸੀਂ ਗੁਰੂ ਜੀ ਦੀ ਯਾਦ ਆਪਣੇ ਮਨ ਦੇ ਵਿੱਚੋਂ ਵਿਸਾਰ ਦਈਏ। ਭਾਵ ਅਸੀਂ ਸਦਾ ਹੀ ਗੁਰੂ ਜੀ ਨੂੰ ਯਾਦ ਰੱਖੀਏ। ਬਾਰ-ਬਾਰ ਯਾਦ ਕਰਨ ਦਾ ਭਾਵ ਹੀ ਇਹ ਹੁੰਦਾ ਹੈ ਕਿ ਸਦਾ ਵਾਸਤੇ ਗੁਰੂ ਜੀ ਦੀ ਯਾਦ ਸਾਡੇ ਮਨਾਂ 'ਚ ਵਸ ਜੇ। ਕਿਵੇਂ ਵਸੇਗੀ ਗੁਰੂ ਜੀ ਦੀ ਯਾਦ? ਜਦੋਂ ਗੁਰੂ ਜੀ ਦੀ ਬਾਣੀ ਨੂੰ, ਗੁਰੂ ਜੀ ਦੇ ਉਪਦੇਸ਼ ਨੂੰ ਬਾਰ-ਬਾਰ ਯਾਦ ਕਰਾਂਗੇ। ਜਦੋਂ ਸਾਧ ਸੰਗਤ ਜੀ ਆਪਾਂ ਰਲ ਕੇ ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਦੀ, ਬਹੁਤ ਛੋਟੇ-ਛੋਟੇ ਬੱਚੇ ਵੀ ਸੰਗਤ ਦੇ ਵਿੱਚ ਆਉਂਦੇ ਨੇ। ਲਗਾਤਾਰ ਬੱਚਿਆਂ ਨੂੰ ਦੇ ਆਉਣ ਕਰਕੇ, ਸੰਗਤ ਦੇ ਵਿੱਚ ਬਾਣੀ ਪੜ੍ਹਨ ਕਰਕੇ ਬਹੁਤ ਸਾਰੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਕਈ ਅਸ਼ਟਪਦੀਆਂ ਮੂੰਹ ਜ਼ਬਾਨੀ ਯਾਦ ਹੋ ਗਈ। ਇਹ ਸੰਗਤ ਦਾ ਅਸਰ ਹੈ, ਕਿਉਂਕਿ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਅਕਸਰ ਕਈ ਦਿਨ ਪਹਿਲਾਂ ਗੁਰੂ ਕੀਆਂ ਸੰਗਤਾਂ ਪੜ੍ਹਦੀਆਂ ਨੇ, ਉਹਦੇ 'ਚ ਬੱਚੇ ਵੀ ਆਉਂਦੇ ਆ। ਬਹੁਤ ਬੱਚਿਆਂ ਨੂੰ ਜਵਾਨੀ ਕਈ ਅਸ਼ਟਪਦੀਆਂ, ਸ਼ਲੋਕ ਜਿਹੜੇ ਨੇ ਸ੍ਰੀ ਸੁਖਮਨੀ ਸਾਹਿਬ ਦੇ ਯਾਦ ਹੋ ਗਏ, ਕਿਉਂਕਿ ਰੋਜ਼ ਆਉਣਾ, ਸੰਗਤ 'ਚ ਬਹਿਣਾ, ਕਿੰਨਾ ਅਸਰ ਹੁੰਦਾ ਹੈ। ਇੱਕ ਮੈਂ ਪੋਸਟ ਕਈ ਦਿਨ ਪਹਿਲਾਂ ਵੇਖ ਰਿਹਾ ਸੀ, ਛੋਟਾ ਜਿਹਾ ਬੱਚਾ, ਸ਼ਾਇਦ ਬੱਚੀ ਸੀ, ਛੋਟੀ ਜੀ ਲੜਕੀ, ਉਹਨੂੰ ਕਈ ਅਸ਼ਟਪਦੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਮੂੰਹ ਜ਼ਬਾਨੀ ਯਾਦ। ਜਦੋਂ ਸੰਗਤ ਦੇ ਵਿੱਚ ਉਹ ਪੜ੍ਹ ਰਹੀ ਸੀ ਨਾ,
ਉਹ ਅੱਗੇ ਅੱਗੇ ਪੰਕਤੀ ਬੋਲ ਰਹੀ ਸੀ ਤੇ ਪਿੱਛੇ ਸਾਰੀਆਂ ਸੰਗਤਾਂ ਬੋਲ ਰਹੀਆਂ ਸਨ। ਤੇ ਮੈਂ ਉਸ ਪੋਸਟ ਦੇ ਵਿੱਚ ਵੇਖਿਆ, ਵੀਡੀਓ ਵਿੱਚ ਵੇਖਿਆ, ਉਸ ਬੱਚੀ ਦੇ ਅੱਗੇ ਨਾ ਤਾਂ ਕੋਈ ਪੋਥੀ ਸਾਹਿਬ ਸੀ, ਨਾ ਮੋਬਾਈਲ ਸੀ। ਉਹ ਮੂੰਹ ਜ਼ਬਾਨੀ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਪੜ੍ਹਦੀ, ਇੱਕ ਪੰਕਤੀ ਪੜ੍ਹਦੀ, ਅਗਲੀ ਪੰਕਤੀ ਸੰਗਤ ਪੜ੍ਹਦੀ, ਫੇਰ ਉਹ ਅਗਲੀ ਪੰਕਤੀ ਪੜ੍ਹਦੀ, ਫੇਰ ਸੰਗਤ ਪੜ੍ਹਦੀ। ਉਹਨੂੰ ਜ਼ੁਬਾਨੀ ਕੰਠ ਸੀ। ਇਹ ਸੰਗਤ ਦਾ ਅਸਰ ਹੋ ਜਾਂਦਾ ਹੈ। ਸਾਡੇ ਬੱਚੇ ਜਦੋਂ ਅਸੀਂ ਇਸ ਤਰ੍ਹਾਂ ਸੰਗਤ ਵਿੱਚ ਜੁੜ ਕੇ ਬਾਣੀ ਪੜਾਂਗੇ ਨਾ ਗੁਰੂ ਚਰਨਾਂ ਵਿੱਚ, ਤਾਂ ਹੀ ਸਾਡੇ ਜਿਹੜੇ ਬੱਚੇ ਨੇ ਉਹ ਗੁਰਬਾਣੀ ਵਾਲੇ ਪਾਸੇ ਨੂੰ ਜੁੜ ਸਕਦੇ ਆ। ਸੋ ਸਾਧ ਸੰਗਤ ਜੀ ਨਾ ਦਿਹਾੜਿਆਂ ਤੇ ਤਕਰੀਬਨ ਹਰ ਪਾਸੇ ਹੀ ਗੁਰੂ ਕੀਆਂ ਸੰਗਤਾਂ ਨੇ ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਅੰਤ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਇਹ ਵੱਡੇ ਉਤਮ ਭਾਗ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸ ਕੈ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ। ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਮਿਲ ਸੰਗਤ ਮੈਲ ਭਰੀਜੈ, ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਮਿਲਦਾ ਹੈ ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਬਿਨ ਸੰਗਤ ਮੈਲ ਭਰੀਜੈ, ਸੰਗਤ ਮੈਲ ਭਰੀਜੈ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ, ਮੈਲ ਭਰੀਜੈ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਮੈਲ ਭਰੀਜੈ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਬਿਨ ਭਾਗਾ ਸਤ ਸੰਗ ਨਾ ਲੱਭੈ, ਮਿਲ ਸੰਗਤ ਮੈਲ ਭਰੀਜੈ ਜੀ। ਇਹ ਸਾਡੇ ਉਤਮ ਕਰਮ ਹਨ। ਇਹ ਸਮਝ ਲਈਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਰੁੱਠ ਕੇ ਖੁਸ਼ ਹੋ ਕੇ ਸਾਨੂੰ ਇਹ ਦਾਤ ਬਖਸ਼ੀ ਹੈ। ਆਖੋ ਸਤਨਾਮ। ਖੁਸ਼ ਹੋ ਕੇ ਦਾਤ ਬਖਸ਼ੀ ਹੈ ਜਿਹੜੇ ਆਪਾਂ ਗੁਰੂ ਸਾਹਿਬ ਜੀ ਦੇ ਇਸ ਸ਼ਹੀਦੀ ਦਿਹਾੜੇ ਤੇ ਹਾਜ਼ਰੀਆਂ ਭਰੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸਾਡੇ ਉੱਤੇ ਬੇਅੰਤ ਬਖਸ਼ਿਸ਼ ਹੈ। ਬਖਸ਼ਿਸ਼ ਦੀ ਨਿਸ਼ਾਨੀ ਹੋਏ ਹੁੰਦੀ ਹੈ, ਨਹੀਂ ਤਾਂ ਸਾਰੇ ਥੋੜਾ ਆਏ। ਸਾਰਿਆਂ ਨੇ ਹਾਜ਼ਰੀਆਂ ਨਹੀਂ ਭਰੀਆਂ, ਸਾਰਿਆਂ ਨੇ ਹਾਜ਼ਰੀਆਂ ਨਹੀਂ ਭਰੀਆਂ, ਨਾ ਅੱਜ ਭਰਨੀਆਂ ਨੇ ਸਾਰਿਆਂ ਨੇ। ਇਹ ਤਾਂ ਜਿਨ੍ਹਾਂ ਦੇ ਉਤਮ ਕਰਮ ਨੇ ਉਹਨਾਂ ਨੇ ਹਾਜ਼ਰੀ ਭਰੀ ਹੈ। ਗੁਰੂ ਸਾਹਿਬ ਜੀ ਦੀ ਖੁਸ਼ੀ ਹੈ ਜਿਨ੍ਹਾਂ ਤੇ, ਬੇਅੰਤ ਖੁਸ਼ੀ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਬੀਬੀ ਭਾਨੀ ਜੀ ਦੀ ਕੁੱਖ ਦੇ ਵਿੱਚੋਂ ਹੋਇਆ। ਬੀਬੀ ਭਾਨੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੱਡੀ ਸਪੁੱਤਰੀ ਸੀ। ਮੈਂ ਟੂਕ ਮਾਤਰ ਨਾਮ ਲਵਾਂਗਾ, ਬਹੁਤ ਸਾਰੇ ਨੂੰ ਇਤਿਹਾਸ ਪਤਾ ਹੋਏਗਾ, ਕਿਉਂਕਿ ਜਿਹਦੀ ਯਾਦ ਮਨਾ ਰਹੇ ਆ, ਜਿਸ ਕੁੱਖ ਦੇ ਵਿੱਚੋਂ ਉਹਨਾਂ ਨੇ ਪ੍ਰਕਾਸ਼ ਧਾਰਨ ਕੀਤਾ, ਉਸ ਮਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ। ਜੇ ਮਾਂ ਸੀ
ਤਾਂ ਹੀ ਪੁੱਤਰ ਸੀ, ਤਾਂ ਹੀ ਗੁਰੂ ਸੀ। ਉਹ ਮਾਂ ਤਿਨ ਧਨ ਜਣੇਂਦੀ ਮਾਓ ਆਏ ਸਫਲ ਸੀ। ਧਨ ਪਿਤਾ ਧਨ ਕੁਲ ਧਨ ਜਨਨੀ ਜਿਨ ਗੁਰੂ ਜਣਿਆ ਮਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਹਨ। ਕਹਿੰਦੇ ਉਹ ਪਿਤਾ ਵੀ ਧਨਤਾ ਦੇ ਯੋਗ ਹੈ। ਕੌਣ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਿਤਾ? ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਕਾਸ਼ ਧਾਰਨ ਕੀਤਾ ਬੀਬੀ ਭਾਨੀ ਜੀ ਦੀ ਪਵਿੱਤਰ ਕੁੱਖ ਦੇ ਵਿੱਚੋਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਪਨ ਉਹਨਾਂ ਦੇ ਨਾਨਕੇ ਪਿੰਡ ਬਸਰ ਹੋਇਆ। ਬਹੁਤ ਸਾਰੇ ਬੱਚੇ ਐਸੇ ਨੇ ਜਿਨ੍ਹਾਂ ਦਾ ਬਚਪਨ ਨਾਨਕੇ ਪਿੰਡ ਬਸਰ ਹੁੰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਵੀ ਬਚਪਨ ਦੇ ਵਿੱਚ ਆਪਣੇ ਨਾਨਕੇ ਪਿੰਡ ਰਹੇ। ਗੁਰੂ ਅਮਰਦਾਸ ਮਹਾਰਾਜ ਆਪਣੇ ਨਾਨਾ ਜੀ ਕੋਲ ਰਹੇ। ਕਿਸ ਪਵਿੱਤਰ ਧਰਤੀ ਤੇ, ਜਿਸ ਪਵਿੱਤਰ ਧਰਤੀ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਪਵਿੱਤਰ ਕੀਤਾ, ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨਾਨਾ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕੁਛ ਬਚਪਨ ਦਾ ਸਮਾਂ ਬਸਰ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਪਨ ਦੇ ਵਿੱਚ ਆਪਣੇ ਨਾਨਕੇ ਨਾਨਾ ਜੀ ਕੋਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਰਹਿਣਾ ਕੀਤਾ। ਬਚਪਨ ਦਾ ਇੱਕ ਬਹੁਤ ਵੱਡਾ ਕੌਤਕ, ਜਿਸ ਕੌਤਕ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਐਡੀ ਵੱਡੀ ਕਰਾਮਾਤ ਸੰਸਾਰ ਦੇ ਵਿੱਚ ਰਹਿ ਕੇ ਕਰਨੀ ਸੀ, ਇੱਕ ਬਚਪਨ ਦੇ ਵਿੱਚ ਇੱਕ ਕੌਤਕ ਵਰਤਿਆ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਵਿੱਚ ਸਨ, ਬੱਚੇ ਸੀ ਸਰੀਰ ਕਰਕੇ, ਹਲੇ ਸਤਿਗੁਰੂ ਮਹਾਰਾਜ ਜੀ ਨੇ ਤੁਰਨਾ ਨਹੀਂ ਸਿੱਖਿਆ, ਰੁੜਦੇ ਨੇ। ਇੱਕ ਦਿਨ ਕੀ ਹੁੰਦਾ ਹੈ, ਬੀਬੀ ਭਾਨੀ ਗੁਰੂ ਸਾਹਿਬ ਜੀ ਦੀ ਮਾਤਾ ਕੁਝ ਕੰਮ ਕਰ ਰਹੇ ਨੇ, ਕਾਰਜ ਕਰ ਰਹੇ ਨੇ। ਬੱਚਾ ਅਰਜਨ ਦੇਵ ਖੇਡ ਰਿਹਾ ਹੈ। ਖੇਡਦੇ ਖੇਡਦੇ ਬਚਪਨ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਸ ਕਮਰੇ ਦੇ ਵਿੱਚ ਦਾਖਲ ਹੋ ਗਏ ਜਿੱਥੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੁਰਗੱਦੀ ਤੇ ਸਭਾਏ ਮਾਨ ਸਨ। ਉਸ ਵੇਲੇ ਉਸ ਕਮਰੇ ਦੇ ਵਿੱਚ ਦਾਖਲ ਹੋਏ ਜਿਸ ਕਮਰੇ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਪਲੰਘ ਤੇ ਚੌਂਕੜਾ ਮਾਰੀ ਬੈਠੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਮਗਨ ਸਨ। ਸਮਾਧੀ ਲਾਈ ਹੋਈ ਗੁਰੂ ਅਮਰਦਾਸ ਮਹਾਰਾਜ ਆਪਣੇ ਪਲੰਘ ਉੱਤੇ ਬੈਠੇ। ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਬੜੀ ਛੋਟੀ ਹੈ। ਰੁੜਦੇ ਰੁੜਦੇ ਉਸ ਕਮਰੇ ਵਿੱਚ ਦਾਖਲ ਹੋਏ। ਨਿਗਾਹ ਪਈ ਬੀਬੀ ਭਾਨੀ ਜੀ ਦੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਸਮਾਧੀ ਅਵਸਥਾ 'ਚ ਬੈਠੇ ਨੇ। ਬੱਚਾ ਅਰਜਨ ਦੇਵ ਗੁਰੂ ਸਾਹਿਬ ਜੀ ਦੇ ਕਮਰੇ 'ਚ ਚਲਾ ਗਿਆ। ਕਿਤੇ ਸਤਿਗੁਰੂ ਮਹਾਰਾਜ ਜੀ ਦੀ ਭਗਤੀ ਵਿੱਚ, ਬੰਦਗੀ ਦੇ ਵਿੱਚ ਕੋਈ ਰੁਕਾਵਟ ਨਾ ਪਵੇ, ਕਿਉਂਕਿ ਛੋਟੇ ਬੱਚਿਆਂ ਦਾ ਸੁਭਾਅ ਹੁੰਦਾ ਹੈ, ਅਕਸਰ ਹੀ ਆਪਾਂ ਵੇਖਦੇ ਹਾਂ, ਕੋਈ ਨਾ ਕੋਈ ਚੀਜ਼ ਇੱਧਰ ਉੱਧਰ ਕਰਨੀ, ਜਾਂ ਬੱਚੇ ਕਈ ਵਾਰ ਰੌਲਾ ਪਾਉਂਦੇ ਨੇ ਜਾਂ ਕਿਵੇਂ। ਬੀਬੀ ਭਾਨੀ ਨੇ ਜਦੋਂ ਵੇਖਿਆ ਨਾ ਅਰਜਨ ਦੇਵ ਬੱਚਾ, ਉਸ ਕਮਰੇ 'ਚ ਗਿਆ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਸਮਾਧੀ 'ਚ ਬੈਠੇ ਨੇ। ਦੌੜ ਕੇ ਬੀਬੀ ਭਾਨੀ ਗੁਰੂ ਅਰਜਨ ਦੇਵ ਮਹਾਰਾਜ ਨੂੰ
कमरे दे विच चुकण वास्ते गई, पर जिन्नी देर नूं बीबी भानी जी कमरे च पहुंचदे ने उतनी देर दे विच इस छोटे जे बाल सतगुरु गुरु अर्जन देव महाराज उस पलंग दे पावे नूं पकड़ लैंदे ने जिस पलंग दे उत्ते गुरु अमरदास महाराज जी विराजमान ने। जदों पलंग दा पावा पकड़िया ते साध संगत जी पावा पकड़न दे नाल की होया, पलंग थोड़ा जिहा हिलिया। गुरु अमरदास महाराज जी ने नेत्र मुंदे होए ने, नेत्र बंद ने, ते पलंग दे पावे नूं पकड़ के खड़े हो गए गुरु अर्जन देव महाराज। थोड़ा जिहा पलंग हिलिया, गुरु अमरदास महाराज जी ने नेत्र मुंदे हुए ने, सुभावक ही मुखों बचन कीता भी ये कौन है जिन्हें साडा पलंग हिलाया। उधरों बीबी भानी जी भी उस वेले पहुंच गए, ते जदों महाराज जी ने बचन कीता ना भी ये कौन है जिन्हें साडा पलंग हिलाया, ते बीबी भानी जी कहन लगे सतगुरु जी ऐ पिता गुरु जी ये तुहाडा दोता है अर्जन देव। जदों बीबी भानी जी दे बोल गुरु अमरदास महाराज जी दे कन्नां च पए कि सच्चे पातशाह तुहाडा दोतरा है अर्जन देव, सच्चे पातशाह जी ने तुहाडे पलंग दे पावे नूं पकड़ के खड़ा होना कीता है। सतगुरु महाराज गुरु अमरदास महाराज ने नेत्र खोले। जदों नेत्र खोले ना की वेख्या गुरु अमरदास महाराज जी ने कि सतगुरु गुरु अमरदास महाराज जी का दोता अर्जन देव सतगुरु जी दे पलंग दे पावे नूं पकड़ के खड़ा हो रहा है ते कोशिश ये कर रहा है कि उस पलंग दे उत्ते जाके चढ़ जा बह जा। ते सतगुरु महाराज गुरु अमरदास ने जदों वेख्या सतगुरु महाराज मुस्कुराए, बड़े खुश होए। सतगुरु जी ने अपने पवित्र हस्त कमलों के नाल अपने दोतरे जिन्होंने आपां बड़े प्यार के नाल श्री गुरु अर्जन देव महाराज के नाम नाल पुकारते हैं, उस बाल गुरु अर्जन देव महाराज नूं अपने पवित्र हस्त कमलों नाल चुकिया ते चुक के साध संगत जी गुरु अमरदास महाराज जी ने गलवकड़ी च लिया, गल नाल लाया। ते जदों अपने दोतरे नूं गल दे नाल लाया ना, गल नाल ला के गुरु अमरदास महाराज जी एक अपने पवित्र मुख तो वचन करदे। की वचन कीता गुरु अमरदास महाराज ने गल नाल ला के अपने दोतरे बाल अर्जन देव नूं गलवकड़ी च लै के गल दे नाल ला के आख्या, दोहिता बाणी का बोहे था, दोहिता बाणी का बोहे था। वचन बड़े शॉर्टली ने, वचन बड़े संखेप विच ने, पर इन्हां वचनां दे विच बहुत वड्डी गल छुपी हुई। की बचन ने दोहिता, दोहिता तो भाव भी जेड़ा है मेरा दोता है, क्योंकि गुरु अमरदास महाराज दे दोते लगदे सी गुरु अर्जन देव महाराज, क्योंकि बीबी भानी गुरु अमरदास जी दी पुत्री सी। सतगुरु जी दे कहण दा भाव भी जेड़ा है मेरा दोता अर्जन देव है, ये की है, दोहिता बाणी का बोहे था। कहते जेड़ा ये साडा दोता है ना, ये बाणी का बोहे था है। हुण आपां सोचांगे भी बोहे था किहनूं कहंदे ने। बोहे था तो भाव है भी जहाज, बोहे था तो भाव जहाज। सतगुरु गुरु अमरदास महाराज जी भविखत वचन करते हैं, क्योंकि सतगुरु जी घट घट के अंतर की जानत, भले बुरे की पीर पछानत। गुरु अमरदास महाराज सच्चे पातशाह जी नूं पता सी
ਕਿ ਜਿਹੜਾ ਇਹ ਅਰਜਨ ਦੇਵ ਅੱਜ ਸਾਡੇ ਪਲੰਘ ਦੇ ਪਾਵੇ ਨੂੰ ਪਕੜ ਕੇ ਖੜਾ ਹੋਇਆ, ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੌਤਕ ਕਰਕੇ ਵਿਖਾਉਣੇ ਨੇ ਜਿਹੜੇ ਦੁਨੀਆ ਵਿੱਚ ਨਾ ਕਿਸੇ ਨੇ ਕੀਤੇ ਤੇ ਨਾ ਕੋਈ ਕਰ ਸਕਦਾ। ਆਖੋ ਸਤਨਾਮ ਜੀ। ਵਾਹ। ਪਤਾ ਸੀ ਮਹਾਰਾਜ ਨੂੰ, ਪਤਾ ਸੀ। ਸਤਿਗੁਰੂ ਕਹਿੰਦੇ ਜਿਹੜਾ ਇਹ ਸਾਡਾ ਦੋਹਤਾ ਹੈ ਨਾ, ਇਹ ਕੀ ਹੈ? ਬਾਣੀ ਕਾ ਬੋਹਿਥਾ ਹੈ। ਭਾਵ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਜਹਾਜ਼ ਨੇ। ਇਹ ਬਚਨ ਗੁਰੂ ਅਮਰਦਾਸ ਜੀ ਨੇ ਕੀਤੇ ਉਦੋਂ ਕੀਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਸਰੀਰਕ ਤਕਰੀਬਨ 1 ਸਾਲ ਦੇ ਕਰੀਬ ਸੀ। ਕਿਉਂਕਿ ਆਪਾਂ ਵੇਖਦੇ ਹਾਂ ਵੀ ਬੱਚੇ 1-1.5 ਸਾਲ ਤੋਂ ਬਾਅਦ ਤੁਰਨ ਲੱਗਦੇ। ਤਕਰੀਬਨ ਸਾਲ ਕੁ ਦੀ ਉਮਰ ਸੀ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਹੀ ਭਵਿੱਖਤ ਬਚਨ ਕਰ ਦਿੱਤੇ ਕਿ ਇਹ ਸਾਡਾ ਜਿਹੜਾ ਦੋਹਤਾ ਹੈ ਇਹ ਬਾਣੀ ਦਾ ਬੋਹਿਥਾ ਹੋਵੇਗਾ, ਭਾਵ ਬਾਣੀ ਦਾ ਜਹਾਜ਼ ਹੋਏਗਾ। ਤੇ ਵਾਕਈ ਗੁਰੂ ਅਰਜਨ ਦੇਵ ਮਹਾਰਾਜ ਨੇ ਆ ਕਿੱਡੀ ਵੱਡੀ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਨਤਮਸਤਕ ਹੁੰਦੇ ਆ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਰੋਜ਼ ਮੱਥਾ ਟੇਕਦੇ ਆ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਆਪਾਂ ਰੋਜ਼ ਅਰਦਾਸਾਂ ਕਰਦੇ ਆ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁੱਖਾਂ ਵਿੱਚ ਦੁੱਖਾਂ ਦੇ ਵਿੱਚ ਸਾਡੇ ਘਰਾਂ ਵਿੱਚ ਆ ਕੇ ਸਾਨੂੰ ਨਿਵਾਜਦੇ ਨੇ, ਇਹ ਸਾਰੀ ਬਖਸ਼ਿਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਆਖੋ ਸਤਨਾਮ। ਕਿਉਂਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਾਣੀ ਦਾ ਜਿਹੜਾ ਬੋਹਿਤ ਤਿਆਰ ਕੀਤਾ, ਬਾਣੀ ਦਾ ਇਹ ਜਹਾਜ਼ ਤਿਆਰ ਕੀਤਾ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ। ਇਹ ਬਾਣੀ ਦਾ ਜਿਹੜਾ ਜਹਾਜ਼ ਤਿਆਰ ਕੀਤਾ ਭਾਈ ਗੁਰਦਾਸ ਜੀ ਦੇ ਹੱਥੋਂ ਮਹਾਰਾਜ ਨੇ ਆਪ ਲਿਖਵਾਇਆ, ਸੰਪੂਰਨਤਾ ਕੀਤੀ। ਫਿਰ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਕੇ ਸਦਾ ਵਾਸਤੇ ਗੁਰੂ ਕੇ ਸਿੱਖਾਂ ਨੂੰ ਇਹ ਤਾਕੀਦ ਕਰ ਦਿੱਤੀ, ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੱਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਣਾ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਪਦੇਸ਼ ਨੂੰ ਪੜ੍ਹਨਾ ਹੈ, ਸੁਣਨਾ ਹੈ ਤੇ ਮੰਨਣਾ ਹੈ। ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਦੇ ਵਿੱਚ ਭੁੰਜੇ ਹੀ ਬਹਿੰਦੇ ਰਹੇ ਜਦੋਂ ਤੋਂ ਪ੍ਰਕਾਸ਼ ਹੋ ਗਿਆ ਸੀ ਹਰਿਮੰਦਰ ਸਾਹਿਬ ਦੀ ਧਰਤੀ। ਇੰਨੀ ਬਾਣੀ ਨੂੰ ਸਤਿਗੁਰੂ ਮਹਾਰਾਜ ਜੀ ਇੰਨਾ ਬਾਣੀ ਦਾ ਸਤਿਕਾਰ ਕਰਦੇ ਸੀ। ਉਸ ਦਿਨ ਤੋਂ ਲੈ ਕੇ ਕੋਈ ਤਖਤ ਨਹੀਂ ਸੀ ਲੱਗਦਾ, ਕੋਈ ਉੱਚੀ ਥਾਂ ਨਹੀਂ ਸੀ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜਿਸ ਥਾਂ ਤੇ ਬਹਿ ਕੇ ਉਪਦੇਸ਼ ਦਿੰਦੇ, ਸੰਗਤ ਦੇ ਵਿੱਚ ਹੀ ਬਹਿੰਦੇ ਮਹਾਰਾਜ ਪੁੰਜੇ ਧਰਤੀ ਤੇ। ਜਦੋਂ ਹਰਿਮੰਦਰ ਸਾਹਿਬ ਇਸ ਬਾਣੀ ਦੇ ਜਹਾਜ਼ ਦਾ ਪ੍ਰਕਾਸ਼ ਹੋ ਗਿਆ, ਫਿਰ ਜਿਸ ਪਲੰਘ ਦੇ ਉੱਤੇ ਗੁਰੂ ਸਾਹਿਬ ਜੀ ਵਿਸ਼ਰਾਮ ਕਰਦੇ ਹੁੰਦੇ ਸੀ, ਉਸ ਦਿਨ ਤੋਂ ਬਾਅਦ ਉਸ ਪਲੰਘ ਉੱਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਤ ਨੂੰ ਜਿਹੜਾ ਵਿਸ਼ਰਾਮ ਕਰਦੇ ਉਹ ਵੀ ਧਰਤੀ ਦੇ ਉੱਤੇ ਹੀ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦੇ ਬੋਹਿਤ ਨੂੰ ਤਿਆਰ ਕਰਕੇ ਇੰਨਾ ਸਤਿਕਾਰ ਕੀਤਾ। ਤੇ ਗੁਰਬਾਣੀ ਨੇ ਧੰਨ ਸ਼੍ਰੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ ਨਾ ਵੀ ਦੋਹਿਥਾ ਬਾਣੀ ਕਾ ਬੋਹਿਥਾ, ਉਵੇਂ ਗੁਰਬਾਣੀ ਦੇ ਵਿੱਚ ਵੀ ਵਚਨ ਆਉਂਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤੀ। ਕੀ ਕਹਿੰਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੀ? ਸਤਿਗੁਰੂ ਕਹਿੰਦੇ ਐ, ਕਹਿੰਦੇ ਕਲਯੁਗ ਜਹਾਜ਼, ਕਲਯੁਗ ਜਹਾਜ਼ ਗੁਰੂ ਅਰਜਨ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਲਯੁਗ ਦੇ ਵਿੱਚ ਜਹਾਜ਼ ਰੂਪ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਕਿ ਹੈ, ਪਿਆਰ ਨਾਲ ਪੜੋ ਸਾਰੇ। ਕਲਯੁਗ ਜਹਾਜ਼ ਅਰਜਨ ਗੁਰੂ ਨੇ,
कल जुग जहाज अर्जन गुरु ने, कल जुग जहाज कल जुग जहाज अर्जन गुरु ने, जुग जहाज अर्जन गुरु ने, कल 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 जुग जहाज अर्जन गुरु ने, अर्जन गुरु ने, अर्जन गुरु ने भाई अर्जन गुरु ने, अर्जन गुरु ने, अर्जन गुरु ने, कल जुग जहाज 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 अर्जन गुर। ਸਾਧ ਸੰਗਤ ਜੀ, ਕਲਯੁਗ ਦੇ ਘੋਰ ਸਮੇਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਜਹਾਜ਼ ਰੂਪ ਨੇ। ਜਹਾਜ਼ ਉਹਨੂੰ ਕਹਿੰਦੇ ਐ ਜਿਹੜਾ ਸਾਧ ਸੰਗਤ ਜੀ ਕਿਸੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਏ। ਜਹਾਜ਼ ਇੱਕ ਉਹ ਸ਼ੈ ਹੈ ਜਿਹੜੀ ਇੱਕ ਜਗ੍ਹਾ ਤੋਂ ਕਿਸੇ ਨੂੰ ਦੂਸਰੀ ਜਗ੍ਹਾ ਛੱਡ ਦਿੰਦੀ ਹੈ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਕਲਯੁਗ ਦੇ ਘੋਰ ਸਮੇਂ ਦੇ ਜਹਾਜ਼ ਰੂਪ ਨੇ। ਭਾਵ ਦੁਨੀਆ ਦੇ ਲੋਕਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਥਾਰਟੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਹੈ। ਇਹ ਅਧਿਕਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਹੈ ਕਿ ਕਲਯੁਗ ਦੇ ਘੋਰ ਸਮੇਂ ਵਿੱਚ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰੇਗਾ, ਸਤਿਗੁਰੂ ਜੀ ਇਸ ਕਲਯੁਗ ਦੇ ਘੋਰ ਸਮੁੰਦਰ ਦੇ ਵਿੱਚੋਂ ਉਹਨੂੰ ਸਹਿਜੇ ਹੀ ਪਾਰ ਕਰ ਦੇਣਗੇ। ਪਰ ਲੋੜ ਹੈ ਗੁਰੂ ਅਰਜਨ ਦੇਵ ਮਹਾਰਾਜ ਨਾਲ ਜੁੜਨ ਦੀ, ਲੋੜ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰਨ ਦੀ। ਕਿਵੇਂ ਕਰੀਏ? ਬਾਣੀ ਦੇ ਬੋਲਾਂ ਦੇ ਨਾਲ। ਦੋ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਗੁਰੂ ਦੇ ਨਾਲ ਨੇੜਤਾ ਬਣਦੀ। ਆਪਣੇ ਕੋਲ ਸਮਾਂ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪ੍ਰਸੰਗ ਬਹੁਤ ਲੰਬਾ ਹੈ, ਨਾ ਕਥਨ ਯੋਗ ਹੈ, ਨਾ ਕਥਨ ਯੋਗ ਹੈ, ਕਹਿਣ ਯੋਗ, ਕਹਿਣ ਤੋਂ ਪਰੇ ਹੈ। ਸਾਡੀ ਜੀਵ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਸੰਗ ਨੂੰ ਬਿਆਨ ਨਹੀਂ ਕਰ ਸਕਦੀ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰੂ ਜੀ ਦਾ ਪ੍ਰਸੰਗ ਨਾ ਕਥਨ ਯੋਗ ਹੈ। ਵੈਸੇ ਆਪਾਂ ਸਾਰਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪ੍ਰਸੰਗ ਬਾਰ-ਬਾਰ ਸਰਵਣ ਵੀ ਕੀਤਾ, ਪੜ੍ਹਿਆ ਵੀ ਹੈ। ਵੀ ਸਤਿਗੁਰੂ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਸੀਸ ਤੇ ਤੱਤਾ ਰੇਤਾ ਪਾਇਆ, ਉਬਲਦੇ ਦੇਗੇ ਦੇ ਵਿੱਚ ਸਤਿਗੁਰੂ ਜੀ ਨੂੰ ਉਬਾਲਿਆ ਗਿਆ। ਤੱਤੀ ਤਵੀ ਤੇ ਮਹਾਰਾਜ ਨੂੰ ਬਿਠਾ ਕੇ ਤਸੀਹੇ ਦਿੱਤੇ ਗਏ। ਅਖੀਰ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਪ੍ਰਾਪਤ ਕਰ ਗਏ ਰਾਵੀ ਦੇ ਕੰਢੇ।
ਇਹ ਪ੍ਰਸੰਗ ਆਪਾਂ ਨੇ ਅਨੇਕਾਂ ਵਾਰ ਸੁਣੇ। ਗੁਰੂ ਨਾਲ ਨੇੜਤਾ ਦੋ ਤਰ੍ਹਾਂ ਹੁੰਦੀ ਹੈ। ਜੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਆਪਾਂ ਨੇੜਤਾ ਕਰਨੀ ਹੈ ਤਾਂ ਦੋ ਤਰੀਕੇ ਨੇ। ਆਪਾਂ ਸਾਧ ਸੰਗਤ ਜੀ ਮਥੁਰਾ ਭੱਟ ਜੀ ਨੂੰ ਪੁੱਛਦੇ ਹਾਂ। ਮਥੁਰਾ ਭੱਟ ਜੀ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 15 ਭਗਤਾਂ ਦਾ ਜ਼ਿਕਰ ਆਉਂਦਾ ਤੇ 11 ਭੱਟਾਂ ਦਾ ਜ਼ਿਕਰ ਆਉਂਦਾ। ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ, ਪਰ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਗੁਰਬਾਣੀ ਤਾਂ ਪੜ੍ਹਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਭੱਟ ਕੌਣ ਨੇ ਤੇ ਕਿੰਨੇ ਭੱਟ ਨੇ ਤੇ ਕਿਹੜਾ ਕਿਹੜੇ ਉਹਨਾਂ ਦਾ ਨਾਂ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹਦੇ ਵਿੱਚ ਬਾਣੀ 'ਚ ਨਾਂ ਆਉਂਦਾ ਹੈ। ਸਾਨੂੰ ਜਿਹੜੇ ਖਾਸ ਕਰਕੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਗਿਆਤ ਹੋਣੀ ਚਾਹੀਦੀ ਹੈ 11 ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਫਰੀਦ ਸਾਹਿਬ ਦੇ ਸ਼ਲੋਕ ਜਦੋਂ ਸਮਾਪਤ ਹੁੰਦੇ ਨੇ ਨਾ ਉਹ ਤੋਂ ਬਾਅਦ ਭੱਟਾਂ ਦੇ ਸਵਈਏ ਪ੍ਰਾਰੰਭ ਹੁੰਦੇ ਨੇ। ਇਹਨਾਂ ਭੱਟਾਂ ਦੀ ਗਿਣਤੀ 11 ਹੈ। ਇਹਨਾਂ ਭੱਟਾਂ ਨੇ ਭੱਟ ਸਾਹਿਬਾਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ 5 ਗੁਰੂ ਸਾਹਿਬਾਨਾਂ ਦੇ ਉਸਤਤ ਦੇ ਵਿੱਚ ਉਹਨਾਂ ਦੀ ਵਡਿਆਈ ਦੇ ਵਿੱਚ ਬੋਲ ਉਚਾਰਨ ਕੀਤੇ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਦਾ ਵਾਸਤੇ ਦਰਜ ਕਰ ਦਿੱਤਾ ਤੇ ਜਿਨ੍ਹਾਂ ਨੂੰ ਆਪਾਂ ਭੱਟਾਂ ਦੇ ਸਵਈਆਂ ਦੇ ਨਾਂ ਨਾਲ ਜਾਣਦੇ ਹਾਂ। ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਸਵਈਏ ਮਹੱਲੇ ਪੰਜਵੇਂ ਕੇ। ਇਸ ਤਰ੍ਹਾਂ ਸਿਰਲੇਖ ਬਣੇ ਹੋਏ ਆ। ਕੁਝ ਭੱਟ ਸਾਹਿਬਾਨ ਗੁਰੂ ਨਾਨਕ ਸਾਹਿਬ ਦੇ ਸਮੇਂ ਹੋਏ ਆ, ਕੁਝ ਗੁਰੂ ਅੰਗਦ ਦੇਵ ਮਹਾਰਾਜ ਦੇ ਸਮੇਂ, ਕੁਝ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ, ਕੁਝ ਭੱਟ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਹੋਏ ਆ ਤੇ ਕੁਝ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 'ਚ ਹੋਏ ਸਮਕਾਲੀ। ਤੇ ਜਿਸ ਭੱਟ ਸਾਹਿਬਾਨ ਦੀ ਆਪਾਂ ਗੱਲ ਕਰਨੀ ਸ਼ੁਰੂ ਕਰ ਰਹੇ ਹਾਂ, ਭੱਟ ਮਥੁਰਾ ਜੀ, ਨਾਮ ਹੈ ਮਥੁਰਾ। ਇਹ ਮਥੁਰਾ ਭੱਟ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮਕਾਲੀ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਸੁਣ ਕੇ, ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਸੁਣ ਕੇ ਮਥੁਰਾ ਭੱਟ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਆਏ ਔਰ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ, ਗੁਰੂ ਜੀ ਦੀ ਵਡਿਆਈ ਨੂੰ ਆਪਣੀ ਪਵਿੱਤਰ ਜੀਵ ਦੇ ਨਾਲ ਬਿਆਨ ਕੀਤਾ। ਆ ਬੀਬੀਆਂ ਪੜ੍ਹ ਰਹੀਆਂ ਸੀ ਨਾ ਸ਼ਬਦ, ਜਪਿਓ ਜਿਨ ਅਰਜਨ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ ਇਹ ਮਥੁਰਾ ਭੱਟ ਜੀ ਦਾ ਹੈ। ਮਥੁਰਾ ਭੱਟ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਜੀਵਨ ਕਿਹੋ ਜਿਹਾ ਸੀ? ਮਥੁਰਾ ਭੱਟ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ। ਮਥੁਰਾ ਭੱਟ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤ ਆਇਓ। ਕਹਿੰਦੇ ਜਦੋਂ ਮੇਰੇ ਮੱਥੇ ਦੇ ਭਾਗ ਚੰਗੇ ਨਹੀਂ ਸੀ ਨਾ, ਜਦੋਂ ਮੇਰੇ ਮੱਥੇ ਦੇ ਭਾਗ ਮਾੜੇ ਸੀ, ਕਹਿੰਦੇ ਮੈਂ ਜਗ੍ਹਾ ਜਗ੍ਹਾ ਭਟਕਦਾ ਫਿਰਦਾ ਸੀ, ਕੋਈ ਥਾਂ ਟਿਕਾਣਾ ਮੈਨੂੰ ਲੱਭਦਾ ਨਹੀਂ ਸੀ। ਮਥੁਰਾ ਜੀ ਕਹਿੰਦੇ ਮੇਰੀ ਹਾਲਤ ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਇਸ ਕਲਯੁਗ ਦੇ ਘੋਰ ਸਮੁੰਦਰ ਦੇ ਵਿੱਚ ਮੈਂ ਡੁੱਬਦਾ ਜਾਂਦਾ ਸੀ, ਕੋਈ ਕਿਨਾਰਾ ਮੈਨੂੰ ਨਜ਼ਰ ਨਹੀਂ ਸੀ ਆਉਂਦਾ। ਭੱਟ ਜੀ ਕਹਿੰਦੇ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਮੈਨੂੰ ਇਉਂ ਲੱਗਦਾ ਸੀ ਕਿ ਮੇਰੇ ਮੱਥੇ ਦੇ ਭਾਗ ਕਦੇ ਚੰਗੇ ਹੋ ਹੀ ਨਹੀਂ ਸਕਦੇ, ਮੇਰੇ ਮੱਥੇ ਦੀਆਂ ਇਹ ਮਾੜੀਆਂ ਲਕੀਰਾਂ ਕਦੇ ਮਿਟ ਨਹੀਂ ਸਕਦੀਆਂ।
ਸਾਨੂੰ ਵੀ ਕਈ ਵਾਰ ਐਸਾ ਹੀ ਹੋ ਜਾਂਦਾ ਹੈ। ਅਸੀਂ ਵੀ ਕਈ ਵਾਰ ਕੋਸਦੇ ਹਾਂ ਆਪਣੇ ਆਪ ਨੂੰ, ਗੁਰੂ ਸਾਹਿਬ ਨੂੰ ਤਾਨੇ ਦਿੰਦੇ ਆ, ਸੱਚੇ ਪਾਤਸ਼ਾਹ ਮੇਰੇ ਮੱਥੇ ਦੇ ਭਾਗ ਨਹੀਂ ਚੰਗੇ ਹੋ ਸਕਦੇ, ਮੇਰੇ ਨਹੀਂ ਭਾਗ ਚੰਗੇ ਹੋ ਸਕਦੇ। ਮਥੁਰਾ ਜੀ ਕਹਿੰਦੇ ਮੈਨੂੰ ਵੀ ਉਹ ਲੱਗਦਾ ਸੀ, ਕਬ ਹੂ ਮਿਟ ਹੈ ਨਹੀਂ, ਮੇਰੇ ਮੱਥੇ ਦੇ ਮਾੜੇ ਭਾਗ ਕਦੇ ਮਿਟ ਨਹੀਂ ਸਕਦੇ, ਮੇਰੀ ਭਟਕਣਾ ਕਦੇ ਮੁੱਕ ਨਹੀਂ ਸਕਦੀ। ਕਹਿੰਦੇ ਇਹ ਜਿਹੜੀ ਚਿੰਤਾ, ਇਹ ਜਿਹੜਾ ਫਿਕਰ ਹੈ, ਕਹਿੰਦੇ ਮੈਨੂੰ ਬਾਰ-ਬਾਰ ਪਛਤਾਵੇ ਵਿੱਚ ਲੈ ਕੇ ਜਾਂਦਾ ਸੀ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਕਹਿੰਦੇ ਮੈਂ ਸਦਾ ਹੀ ਪਛਤਾਵੇ ਵਿੱਚ ਹੀ ਰਹਿੰਦਾ ਸੀ ਕਿ ਮੇਰੇ ਭਾਗ ਨਹੀਂ ਕਦੇ ਚੰਗੇ ਹੋ ਸਕਦੇ। ਪਰ ਕਹਿੰਦੇ ਹੋਇਆ ਪਤਾ ਕੀ ਮਥੁਰਾ ਜੀ ਕਹਿੰਦੇ, ਇੱਕ ਅਚੰਭਾ ਹੋ ਗਿਆ, ਇੱਕ ਮੈਜਿਕ ਹੋਇਆ, ਇੱਕ ਕੌਤਕ ਹੋਇਆ ਮੇਰੇ ਜੀਵਨ ਵਿੱਚ, ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਇਆ। ਉਹ ਕੀ ਮੋੜ ਆਇਆ? ਮਥੁਰਾ ਜੀ ਕਹਿੰਦੇ ਤਤ ਵਿਚਾਰ ਯਹ ਮਥੁਰਾ, ਕਹਿੰਦੇ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਇਆ, ਮੇਰੀ ਜ਼ਿੰਦਗੀ ਤਬਦੀਲ ਹੋਈ, ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ਮੱਥੇ ਦੇ ਭਾਗ ਕੁਝ ਚੰਗੇ ਹੋਣ ਲੱਗ ਪਏ। ਜਦੋਂ ਕੁਝ ਚੰਗਾ ਹੋਣ ਲੱਗਦਾ ਹੈ ਨਾ, ਉਦੋਂ ਸਾਸ ਦੇ ਅੰਦਰੋਂ ਆਵਾਜ਼ ਆਉਂਦੀ ਹੈ। ਉਹ ਗੱਲ ਵੱਖਰੀ ਹੈ, ਸਾਨੂੰ ਫੀਲ ਨਾ ਹੋਵੇ, ਸਾਨੂੰ ਮਹਿਸੂਸ ਨਾ ਹੋਵੇ। ਪਰ ਜਦੋਂ ਕੁਝ ਜੀਵਨ ਦੇ ਵਿੱਚ ਚੇਂਜਿੰਗ ਆਉਂਦੀ ਹੈ, ਜਦੋਂ ਕੋਈ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ, ਉਦੋਂ ਇਸ਼ਾਰਾ ਮਿਲਦਾ ਹੈ। ਉਸ ਇਸ਼ਾਰੇ ਨੂੰ ਅਸੀਂ ਸਮਝੀਏ ਭਾਵੇਂ ਨਾ ਸਮਝੀਏ। ਮਥੁਰਾ ਜੀ ਕਹਿੰਦੇ ਮੇਰੇ ਜੀਵਨ ਵਿੱਚ ਜਦੋਂ ਇੱਕ ਬਦਲਾਅ ਆਇਆ, ਉਸ ਬਦਲਾਅ ਨੇ ਮੇਰਾ ਸਾਰਾ ਜੀਵਨ ਬਦਲ ਕੇ ਰੱਖ ਦਿੱਤਾ। ਕਹਿੰਦੇ ਤਤ ਵਿਚਾਰ ਯਹ ਮਥੁਰਾ, ਤੇ ਕਹਿੰਦੇ ਮੈਂ ਇੱਕ ਤੁਹਾਨੂੰ ਤਤ ਦੀ ਗੱਲ ਦੱਸਾਂ, ਇੱਕ ਪਤੇ ਦੀ ਗੱਲ ਦੱਸਾਂ। ਮਥੁਰਾ ਜੀ ਕਹਿੰਦੇ, ਤੇ ਸੁਣਨ ਵਾਲੇ ਗੁਰਸਿੱਖ ਕਹਿੰਦੇ ਹਾਂਜੀ ਦੱਸੋ ਮਥੁਰਾ ਜੀ। ਕਹਿੰਦੇ ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਿਹੜੇ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਮਥੁਰਾ ਜੀ ਕਹਿੰਦੇ ਜਦੋਂ ਮੇਰੇ ਭਾਗ ਪ੍ਰਗਟ ਹੋਏ, ਸਾਧ ਸੰਗਤ ਜੀ ਬੀਜ ਧਰਤੀ 'ਚ ਪਿਆ ਰਹਿੰਦਾ ਹੈ, ਜਦੋਂ ਦੀ ਰੁੱਤ ਆਉਂਦੀ ਹੈ ਨਾ ਬੀਜ ਦੀ ਉੱਗਣ ਦੀ, ਤੇ ਫਿਰ ਸਾਧ ਸੰਗਤ ਜੀ ਕੁਝ ਕਰਨ ਦੀ ਲੋੜ ਨਹੀਂ। ਜਦੋਂ ਉਹ ਰੁੱਤ ਆਉਂਦੀ ਹੈ ਬੀਜ ਦੇ ਉੱਗਣ ਦੀ, ਤੇ ਉਹ ਬੀਜ ਆਪਣੇ ਆਪ ਹੀ ਰੁੱਤ ਦੇ ਅਕੋਰਡਿੰਗ ਸਾਧ ਸੰਗਤ ਜੀ ਇੱਕ ਨਵਾਂ ਰੂਪ ਲੈ ਲੈਂਦਾ। ਜਦੋਂ ਮਨੁੱਖ ਦੇ ਭਾਗ ਜਾਗਦੇ ਹਨ, ਫਿਰ ਉਹਦੀਆਂ ਸ਼ਰਾਬਾਂ ਛੁੱਟ ਜਾਂਦੀਆਂ। ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਉਦੋਂ ਉਹਦੀ ਮਾੜੀ ਸੰਗਤ ਛੁੱਟ ਜਾਂਦੀ ਹੈ। ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਉਹਦੇ ਪੈਰ ਆਪਣੇ ਆਪ ਗੁਰੂ ਘਰ ਵੱਲ ਨੂੰ ਤੁਰਦੇ। ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਉਹਦੇ ਹੱਥ ਜਿਹੜੇ ਸਦਾ ਹੀ ਮਾੜਾ ਕਰਦੇ, ਉਹ ਸਾਧ ਦੀ ਸੇਵਾ ਕਰਨ ਲੱਗ ਪੈਂਦੇ। ਜਦੋਂ ਮਨੁੱਖ ਦੇ ਭਾਗ ਜਾਗਦੇ ਆ, ਉਹ ਫਿਰ ਕੰਨਾਂ ਨਾਲ ਬਾਣੀ ਸੁਣਦਾ ਹੈ, ਗੁਰੂ ਦੇ ਬੋਲ ਸੁਣਦਾ ਹੈ। ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਉਹ ਫਿਰ ਆਪਣੀ ਜੀਭ ਦੇ ਨਾਲ ਲੋਕਾਂ ਨੂੰ ਭੈੜਾ ਨਹੀਂ ਬੋਲਦਾ, ਪਿਆਰ ਨਾਲ ਕਹਿੰਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਮਥੁਰਾ ਜੀ ਕਹਿੰਦੇ ਮੇਰੇ ਭਾਗ ਜਾਗੇ, ਜਿਹੜੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਰਹੇ ਹੋ, ਜਿਨ੍ਹਾਂ ਦੇ ਪ੍ਰਤੱਖ ਦਰਸ਼ਨ ਗੁਰੂ ਅਰਜਨ ਦੇਵ ਜੀ ਦੇ ਕਰਦੇ ਹੋ, ਕਹਿੰਦੇ ਤਤ ਵਿਚਾਰ ਯਹ ਮਥੁਰਾ। ਮਥੁਰਾ ਜੀ ਕਹਿੰਦੇ ਮੈਂ ਤੁਹਾਨੂੰ ਪਤੇ ਦੀ ਗੱਲ ਦੱਸਾਂ, ਜਿਸ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਗੁਰੂ ਅਰਜਨ ਦੇਵ ਮਹਾਰਾਜ ਜਗ ਤਾਰਨ ਕੋ, ਗੱਜ ਕੇ ਬੋਲੋ, ਜਗ ਤਾਰਨ ਕੋ ਅਵਤਾਰ ਬਣਾਇਓ। ਆਓ ਧਾਰਨਾ ਰੂਪ ਵਿੱਚ ਪੜ੍ਹ ਲਓ। ਜਗ ਤਾਰਨ ਕੋ ਅਵਤਾਰ ਬਣਾਇਓ, ਤਾਰਨ ਕੋ ਅਵਤਾਰ ਬਣਾਇਓ, ਜਗ ਤਾਰਨ ਕੋ ਅਵਤਾਰ ਬਣਾਇਓ, ਤਾਰਨ ਕੋ ਅਵਤਾਰ ਬਣਾਇਓ। ਜਗ ਤਾਰਨ ਕੋ ਅਵਤਾਰ ਬਣਾਇਓ,
तारन को अवतार बनायो, जग तारन को अवतार बनायो, को अवतार बनायो। तत् विचार जय मथुरा, तत् विचार जय मथुरा। तत् विचार यह मथुरा, तत् विचार जय मथुरा। तत् विचार जय मथुरा। जग तारन को अवतार बनायो, जग तारन को अवतार बनायो, को अवतार बनायो, जग तारन को अवतार बनायो। तत् विचार जय मथुरा। जग तारन को अवतार बनायो। मथुरा जी कहते संगत जी जदों भाग जागे ना, ਜਿਹੜੇ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਆਈ ਸੰਸਾਰ ਦੇ ਵਿੱਚ ਲੋਕਾਂ ਨੂੰ ਤਾਰਨ ਵਾਸਤੇ ਹੈ। ਗੁਰੂ ਅਰਜਨ ਦੇਵ ਜੀ ਦਾ ਸੰਸਾਰ 'ਚ ਆਉਣਾ ਦੁਨੀਆ ਦੇ ਲੋਕਾਂ ਨੂੰ ਤਾਰਨ ਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਮਥੁਰਾ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪਿਆ, ਅੱਜ ਆਪਾਂ ਜਪ ਰਹੇ ਹਾਂ। ਜਿਨ੍ਹਾਂ ਜਿਨ੍ਹਾਂ ਨੇ ਮਥੁਰਾ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ, ਉਹਨਾਂ ਨੂੰ ਕੀ ਪ੍ਰਾਪਤ ਹੋਇਆ? ਮਤ ਕੋਈ ਸਾਡੇ ਅੰਦਰ ਭੁਲੇਖਾ ਰਹਿ ਜੇ ਵੀ 10 ਦਿਨ 20 ਦਿਨ ਸਵਾ ਮਹੀਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਹੈ, ਇਹਦਾ ਫਲ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਇਸ ਭੁਲੇਖੇ ਨੂੰ ਗੁਰੂ, ਇਸ ਭੁਲੇਖੇ ਨੂੰ ਮਥੁਰਾ ਭੱਟ ਜੀ ਕਹਿੰਦੇ ਕੱਢ ਦਿਓ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪਿਆ, ਉਹਨਾਂ ਨੂੰ ਕੀ ਪ੍ਰਾਪਤ ਹੋਇਆ? ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਅੱਗੇ ਕੀ ਕਹਿੰਦੇ ਆ? ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਕਰ ਬਣਾਇਓ, ਸੰਕਟ ਜੋਨ ਕਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, 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 ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਮਥੁਰਾ ਜੀ ਕਹਿੰਦੇ ਭੁਲੇਖਾ ਕੱਢ ਲਓ, ਮਨ ਵਿੱਚੋਂ ਭਰਮ ਕੱਢ ਲਓ। ਕੀ ਭਰਮ ਕੱਢ ਲਓ? ਜਪਿਓ ਜਿਨ ਅਰਜਨ ਦੇਵ ਗੁਰੂ। ਜਿਨ੍ਹਾਂ ਜਿਨ੍ਹਾਂ ਨੇ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪਿਆ, ਯਾਦ ਕੀਤਾ ਤੇ ਕਹਿੰਦੇ ਨੇ ਫਿਰ ਤੋਂ ਭਾਵ ਦੁਬਾਰਾ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਉਹ ਦੁਬਾਰਾ ਕਹਿੰਦੇ ਗਰਭ ਜੋਨ ਦੇ ਸੰਕਟ ਵਿੱਚ ਨਹੀਂ ਆ ਸਕਦਾ, ਉਹਦਾ ਜਨਮ ਮਰਨ ਮਿਟ ਜਾਵੇਗਾ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਗੁਰੂ ਸਾਹਿਬ ਜੀ ਨੇ ਮੁਕਤ ਕਰ ਦਿੱਤਾ, ਉਹਦੀ ਗੁਰੂ ਸਾਹਿਬ ਜੀ ਨੇ ਬੰਦ ਖਲਾਸੀ ਕਰ ਦਿੱਤੀ। ਉਹਨੂੰ ਕਿਸੇ ਵੀ ਦਰ ਉੱਤੇ ਸਾਧ ਸੰਗਤ ਜੀ ਹੱਥ ਅੱਡਣ ਦੀ ਲੋੜ ਨਹੀਂ। ਉਹ ਇਹ ਗੱਲ ਦਾ ਨਿਸ਼ਚਾ ਕਰ ਲਵੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪਣ ਵਾਲਾ। ਮਥੁਰਾ ਜੀ ਕਹਿੰਦੇ ਉਹਦੇ ਸਾਸਨੀ ਜੀਵਨ ਉੱਤੇ ਮੋਹਰ ਲੱਗ ਗਈ, ਸਟੈਂਪ ਲੱਗ ਗਈ। ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਜਪਿਆ, ਉਹਨਾਂ ਦਾ ਜਨਮ ਤੇ ਮਰਨ ਕੱਟਿਆ ਗਿਆ, ਉਹਨਾਂ ਦਾ ਮਨੁੱਖਾ ਜੀਵਨ ਸਫਲ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਲੋਕ ਸੁਖੀ ਤੇ
ਪਰਲੋਕ ਸਹੇਲਾ ਹੈ ਕਿਨਾਂ ਦਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਪਿਆ। ਤੇ ਮਥੁਰਾ ਜੀ ਕਹਿੰਦੇ ਭਾਈ ਮੈਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਨੇੜਤਾ ਬਣਾਈ, ਗੁਰੂ ਅਰਜਨ ਦੇਵ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਇੱਕ ਐਸੀ ਹਸਤੀ ਨੇ ਧਰਨ ਗਗਨ ਨਭ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਕਹਿੰਦੇ ਸਾਰੀ ਧਰਤੀ ਦੇ ਉੱਤੇ, ਸਾਰੇ ਆਕਾਸ਼ ਦੇ ਵਿੱਚ ਤੇ ਨੌਹਾਂ ਖੰਡਾਂ ਦੇ ਵਿੱਚ ਇੱਕ ਪ੍ਰਤੱਖ ਰੂਪ ਦੇ ਵਿੱਚ ਮਥੁਰਾ ਜੀ ਕਹਿੰਦੇ ਇੱਕ ਜੋਤ ਪ੍ਰਗਟ ਹੋਈ ਹੈ, ਇੱਕ ਜੋਤ ਜਗਮਗਾ ਰਹੀ ਹੈ। ਉਹ ਜੋਤ ਕਿਹੜੀ ਹੈ? ਭਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਕਹਿੰਦੇ ਸਾਰੇ ਪਾਸੇ ਜੇਕਰ ਤੁਸੀਂ ਪਰਮੇਸ਼ਰ ਦੀ ਇੱਕ ਮੂਰਤ ਦੇ ਦਰਸ਼ਨ ਕਰਨੇ ਨੇ, ਪ੍ਰਤੱਖ ਰੂਪ ਦੇ ਵਿੱਚ ਜੇਕਰ ਅਕਾਲ ਪੁਰਖ ਦੇ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ, ਹਰਿਮੰਦਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਗੁਰਤਾ ਗੁਰਗੱਦੀ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਮੂਰਤ ਦੇ ਦਰਸ਼ਨ ਕਰ ਲਓ, ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੋਣਗੇ। ਆਖੋ ਸਤਨਾਮ। ਭਾਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਮੌਜੂਦਾ ਸਮੇਂ ਦੇ ਵਿੱਚ ਮਥੁਰਾ ਜੀ ਕਹਿੰਦੇ ਅਕਾਲ ਪੁਰਖ ਦਾ ਪ੍ਰਤੱਖ ਰੂਪ ਨੇ। ਇਹ ਗੱਲ ਮਥੁਰਾ ਜੀ ਕਹਿੰਦੇ ਨੇ। ਤੇ ਸਾਧ ਸੰਗਤ ਜੀ ਵਾਕਈ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦਾ ਪ੍ਰਤੱਖ ਹੀ ਰੂਪ ਸੀ। ਜਿਹੜੇ ਤੱਤਾ ਰੇਤਾ ਸੀਸ 'ਚ ਪੈ ਰਿਹਾ ਤਾਂ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲਾ। ਉਬਲਦੀ ਦੇਗ ਦੇ ਵਿੱਚ ਉਬਲ ਰਹੇ ਨੇ ਤਾਂ ਵੀ ਕਹਿ ਰਹੇ ਨੇ ਜੇ ਦੁੱਖ ਦੇਤਾ ਜੇ ਸੁਖ ਦੇਤਾ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਤਾ ਇਤਿ ਰਾਜਾ ਦੁੱਖ ਵਿੱਚ ਸੁਖ ਮਨਾਈ। ਜੇ ਤੱਤੀ ਤਵੀ ਤੇ ਬੈਠੇ ਤਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿ ਰਹੇ ਨੇ? ਤਾਂ ਵੀ ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ। ਤਾਂ ਵੀ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨ ਰਹੇ ਹੈ। ਇਹ ਰੱਬ ਹੀ ਕਰ ਸਕਦਾ, ਦੂਸਰਾ ਥੋੜਾ ਕਰ ਸਕਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਧ ਸੰਗਤ ਜੀ ਇੱਕ ਐਸੀ ਕੁਰਬਾਨੀ ਕਰਕੇ ਵਿਖਾਈ ਕਿ ਸਾਧ ਸੰਗਤ ਜੀ ਜਿਸ ਕੁਰਬਾਨੀ ਨੂੰ ਨਾ ਕੋਈ ਦੁਨੀਆ ਦਾ ਅੱਜ ਤੱਕ ਕੋਈ ਕਰ ਸਕਿਆ ਤੇ ਨਾ ਕਿਸੇ ਤੋਂ ਐਸੀ ਕੁਰਬਾਨੀ ਹੋਣੀ ਹੈ, ਇਹ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਦੇ ਹਿੱਸੇ ਚ ਆਈ। ਕਿੰਨਾ ਕੁਝ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਰਮ ਤਬਦੀਲ ਕਰਨ ਵਾਸਤੇ ਕਿਹਾ ਗਿਆ। ਤੁਸੀਂ ਮੁਸਲਮਾਨ ਹੋ ਜਾਓ, ਕੱਖ ਨਹੀਂ ਕੀਤਾ ਜਾਏਗਾ ਤੁਹਾਡੇ ਨਾਲ। ਅਹੁਦਾ ਮਿਲੇਗਾ, ਵਡਿਆਈ ਮਿਲੇਗੀ। ਤੁਸੀਂ ਬਾਣੀ ਦੇ ਅੰਦਰ ਮੁਹੰਮਦ ਸਾਹਿਬ ਦੀ ਲਿਖਤ ਦਰਜ ਕਰ ਲਓ, ਮੰਨ ਲਓ ਸਾਡਾ ਕਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਮੁਨਕਰ ਨੇ, ਕਿਉਂਕਿ ਧਰਮੀ ਧਰਮ ਨਹੀਂ ਛੱਡਦਾ, ਜ਼ੁਲਮੀ ਜ਼ੁਲਮ ਨਹੀਂ ਛੱਡਦਾ। ਜਿਹੜੇ ਬੰਦੇ ਸੱਚਾ ਬੰਦਾ ਉਹ ਹੁੰਦਾ ਜਿਹਦੇ ਕੋਲ ਅਸੂਲ ਨਹੀਂ। ਆਪਣੀ ਸਮਾਪਤੀ ਦਾ ਵੀ ਸਮਾਂ ਹੋ ਗਿਆ। ਸੱਚਾ ਬੰਦਾ ਉਹ ਹੁੰਦਾ ਹੈ ਜਿਹਦੇ ਕੋਲ ਅਸੂਲ ਨੇ। ਜਿਹੜਾ ਬੇਅਸੂਲਾ ਬੰਦਾ ਹੈ ਉਹਦਾ ਨਾ ਕੋਈ ਧਰਮ ਹੁੰਦਾ। ਤੇ ਜਿਸ ਬੰਦੇ ਦਾ ਕੋਈ ਧਰਮ ਨਹੀਂ ਤੇ ਸਾਧ ਸੰਗਤ ਜੀ ਉਹ ਸੱਚਾ ਹੋ ਹੀ ਨਹੀਂ ਸਕਦਾ ਕਦੇ ਵੀ। ਸੱਚਾ ਬੰਦਾ ਧਰਮੀ ਹੋਏਗਾ, ਧਰਮੀ ਉਹ ਹੋਏਗਾ ਜਿਹਦੇ ਕੋਲ ਅਸੂਲ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਸੂਲਾਂ ਦੇ ਪੱਕੇ ਨੇ। ਤਾਂ ਹੀ ਉਹ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਤਾਂ ਬੈਠਣਾ ਮਨਜ਼ੂਰ ਕਰ ਲਿਆ, ਪਰ ਧਰਮ ਦੇ ਵਿੱਚ ਕੋਈ ਤਬਦੀਲੀ, ਬਾਣੀ ਵਿੱਚ ਕੋਈ ਤਬਦੀਲੀ ਸਤਿਗੁਰੂ ਜੀ ਨੇ ਕੀਤੀ ਨਹੀਂ। ਹਾਂ ਇਹ ਮਨਜ਼ੂਰ ਹੈ ਕਿ ਸਾਡੇ ਸਰੀਰ ਨੂੰ ਕੁਝ ਹੋ ਜੇ ਕੋਈ ਗੱਲ ਨਹੀਂ, ਪਰ ਧਰਮ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ। ਪਰ ਅੱਜ ਸਿੱਖਾਂ ਦਾ ਹਾਲ ਕੀ ਹੈ? ਆਪਾਂ ਕਹਿੰਦੇ ਧਰਮ ਇੱਕ ਪਾਸੇ ਰਵੇ, ਬਾਣੀ ਇੱਕ ਪਾਸੇ ਰਵੇ, ਕੋਈ ਗੱਲ ਨਹੀਂ। ਅਸੂਲ ਇੱਕ ਪਾਸੇ ਰਹਿਣ, ਕੋਈ ਗੱਲ ਨਹੀਂ। ਪਰ ਅਸੀਂ ਤਾਂ ਪੈਰ ਪੈਰ ਤੇ ਡੋਲਦੇ ਹਾਂ। ਅੱਜ ਦਾ ਦਿਹਾੜਾ ਸਾਨੂੰ ਸਾਧ ਸੰਗਤ ਜੀ ਟਿਕਾ ਦਿੰਦਾ ਹੈ। ਅੱਜ ਦਾ ਜਿਹੜਾ ਦਿਹਾੜਾ ਸਾਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਅੱਜ ਦੇ ਦਿਹਾੜੇ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਸਹਿਨਸ਼ੀਲਤਾ ਕਿਵੇਂ ਆਪਣੇ ਜੀਵਨ 'ਚ ਲਿਆਈ ਜਾਂਦੀ ਹੈ। ਅੱਜ ਦਾ ਇਹ ਟੌਪਿਕ ਦੱਸ ਰਿਹਾ ਵੀ ਸਬਰ 'ਚ ਕਿਵੇਂ ਰਹਿਣਾ ਹੈ, ਸ਼ੁਕਰ 'ਚ ਕਿਵੇਂ ਰਹਿਣਾ ਹੈ, ਸ਼ਾਂਤੀ 'ਚ ਖੇੜੇ 'ਚ ਕਿਵੇਂ ਰਹਿਣਾ ਹੈ। ਅਸੀਂ ਤਾਂ ਸਾਰਾ ਕੁਝ ਹੁੰਦੇ ਹੋਏ ਵੀ ਸਾਥ ਨਹੀਂ ਲਾਉਂਦੇ। ਕੀ ਨਹੀਂ ਅੱਜ ਸਾਡੇ ਕੋਲ?
ਹਰ ਇੱਕ ਦੁਨੀਆ ਦਾ ਸੁੱਖ ਸਾਡੇ ਕੋਲ ਹੈ। ਜਿਹਨੂੰ ਮਰਜੀ ਵੇਖ ਕੇ ਦੇਖ ਲਓ, ਪੁੱਛ ਕੇ ਵੇਖ ਲਓ, ਜਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਜਿਹਦੇ ਮਰਜੀ ਬੰਦੇ ਕੋਲ ਆਪਣਾ ਦੁੱਖ ਖੋਲੋ, ਇੱਕ ਦੁੱਖ ਕਿਸੇ ਨੂੰ ਦੱਸੋ, 4 ਦੁੱਖ ਤੁਹਾਨੂੰ ਦੱਸੇਗਾ। ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚੇ ਕੀਤਾ ਹੈ। ਗੁਰੂ ਕੇ ਸਿੱਖਾ, ਤੈਨੂੰ ਤਾਂ ਸਾਰੇ ਸੁੱਖ ਪ੍ਰਦਾਨ ਕੀਤੇ ਨੇ, ਤੂੰ ਫੇਰ ਰੋਈ ਜਾਂਦਾ। ਵੇਖੋ ਗੁਰੂ ਅਰਜਨ ਦੇਵ ਮਹਾਰਾਜ ਵੱਲ, ਇੰਨੇ ਤਸੀਹੇ ਚੱਲ ਕੇ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਨੇ। ਆ ਦੁਨੀਆ ਦੇ ਲੋਕਾਂ ਨੂੰ ਠੰਡ ਵਰਤਾ ਰਹੇ ਨੇ, ਤਪਤ ਮਾਹੇ ਠੰਡ ਵਰਤਾਈ। ਅੱਜ ਦਾ ਦਿਨ, ਅੱਜ ਦਾ ਸਾਧ ਸੰਗਤ ਦਿਹਾੜਾ, ਜੇ ਅੱਜ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਇਸ ਦਿਹਾੜੇ ਤੇ ਵੀ ਸਾਡਾ ਮਨ ਸ਼ਾਂਤ ਨਹੀਂ ਹੈ, ਤੇ ਹੋਰ ਕੋਈ ਸਾਧ ਸੰਗਤ ਐਸਾ ਦਿਨ ਨਹੀਂ ਆਣਾ, ਕੋਈ ਐਸੀ ਜਗ੍ਹਾ ਨਹੀਂ ਆਉਣੀ ਜਿੱਥੇ ਅਸੀਂ ਸ਼ਾਂਤ ਹੋ ਜਾਈਏ। ਜੇ ਅੱਜ ਗੁਰੂ ਸਾਹਿਬ ਦੇ ਇਸ ਦਿਹਾੜੇ ਤੇ ਅਸੀਂ ਸ਼ਾਂਤ ਨਹੀਂ ਹੋ ਸਕੇ, ਸ਼ਾਂਤੀ ਮਿਲਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਹਾਜ਼ਰੀਆਂ ਭਰ ਕੇ ਮਨ ਸ਼ਾਂਤ ਹੁੰਦਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ। ਇੰਨੀ ਸ਼ਹਾਦਤ ਗੁਰੂ ਸਾਹਿਬ ਨੇ ਪ੍ਰਾਪਤ ਕਰਕੇ ਸ਼ਹੀਦੀਆਂ ਦੀ ਨੀਂਹ ਰੱਖੀ, ਤੇ ਸਾਰੀ ਦੁਨੀਆ, ਸਾਰੇ ਸੰਸਾਰ ਦੇ ਵਿੱਚ ਗੁਰੂ ਸਾਹਿਬ ਦਾ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਆਪਾਂ ਸਾਰਿਆਂ ਨੇ ਵੀ ਮਨਾਇਆ। ਕਾਫੀ ਸਮੇਂ ਤੋਂ ਲੈ ਕੇ ਮਾਈਆਂ ਬੀਬੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ ਨਿਰੰਤਰ ਰੋਜ਼, ਤੇ ਜਿੱਥੇ ਮਾਈਆਂ ਬੀਬੀਆਂ ਨੇ ਹਾਜ਼ਰੀ ਭਰੀ ਹੈ, ਬੱਚਿਆਂ ਨੇ ਵੀ ਹਾਜ਼ਰੀਆਂ ਭਰੀਆਂ। ਬਹੁਤ ਚੰਗੇ ਕਰਮ ਨੇ ਸਾਧ ਸੰਗਤ ਰਲ ਮਿਲ ਕੇ ਗੁਰੂ ਕੀ ਸੰਗਤ ਦੇ ਵਿੱਚ ਬਹਿ ਕੇ ਗੁਰੂ ਦੀ ਬਾਣੀ ਪੜ੍ਹਨੀ ਗੁਰੂ ਚਰਨਾਂ 'ਚ। ਇਹ ਤੋਂ ਉੱਤਮ ਭਾਗ ਕਦੋਂ ਹੋਣਗੇ ਸਾਡੇ। ਸੋ ਸਾਧ ਸੰਗਤ ਧੰਨਤਾ ਦੇ ਯੋਗ ਨੇ ਉਹ ਸੰਗਤਾਂ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਲੈ ਕੇ ਸੁਖਮਨੀ ਸਾਹਿਬ ਦੇ ਜਾਪਾਂ ਦੇ ਵਿੱਚ ਹਾਜ਼ਰੀ ਭਰੀ ਹੈ। ਸੋ ਐਸੇ ਤਰ੍ਹਾਂ ਹੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰਦੇ ਰਹਿਣਾ। ਇਹ ਨਹੀਂ ਵੀ ਹੁਣ 40 ਦਿਨ ਹੋ ਗਏ ਜੀ ਜਾਂ ਮਹੀਨਾ ਹੋ ਗਿਆ ਬਸ ਜੀ ਹੁਣ ਭੋਗ ਪੈ ਗਏ। ਗੁਰੂ ਦੇ ਦਰਸ਼ਨ ਕਰੋ, ਜਦੋਂ ਸਮਾਂ ਬਣਦਾ ਜ਼ਰੂਰ ਗੁਰੂ ਦੇ ਦਰਸ਼ਨ ਕਰੋ। ਰੋਜ਼ ਗੁਰੂ ਦੀ ਬਾਣੀ ਪੜੋ, ਰੋਜ਼ ਗੁਰੂ ਦੀ ਬਾਣੀ ਸੁਣੋ, ਗੁਰੂ ਦੇ ਚਰਨਾਂ 'ਚ ਆਓ। ਸੋ ਹਫ਼ਤਾਵਾਰੀ ਵੀ ਜੋ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਵੀਰਵਾਰ ਵਾਲੇ ਦਿਨ, ਬਹੁਤ ਸਾਰੀਆਂ ਸੰਗਤਾਂ ਮਾਈਆਂ ਬੀਬੀਆਂ ਉਦੋਂ ਵੀ ਹਾਜ਼ਰੀ ਭਰਦੀਆਂ। ਸੋ ਉਹ ਵੀਰਵਾਰ ਨੂੰ ਵੀ ਆ ਕੇ ਐਸੀ ਤਰ੍ਹਾਂ ਰਲ ਮਿਲ ਕੇ ਹਾਜ਼ਰੀ ਭਰਿਆ ਕਰੋ। ਸੋ ਸਾਰੀ ਸੰਗਤ ਦਾ ਧੰਨਵਾਦ ਹੈ, ਤੁਸੀਂ ਅੱਜ ਵੀ ਪਹੁੰਚੇ ਹੋ, ਹਾਜ਼ਰੀ ਭਰੀ ਹੈ। ਸੋ ਵਡਭਾਗੀਆਂ ਸੰਗਤਾਂ ਜਿਨ੍ਹਾਂ ਨੇ ਕਈ ਦਿਨ ਤੋਂ ਸੁਖਮਨੀ ਸਾਹਿਬ ਦੇ ਜਾਪਾਂ 'ਚ ਹਾਜ਼ਰੀ ਭਰੀ ਹੈ। ਗੁਰੂ ਅਰਜਨ ਦੇਵ ਮਹਾਰਾਜ ਗੁਪਤ ਰੂਪ ਦੇ ਵਿੱਚ ਸਾਰਾ ਕੁਝ ਵੇਖ ਰਹੇ ਨੇ, ਸਾਰਿਆਂ ਦੇ ਘਟਾਂ ਦੀਆਂ ਜਾਣਨ ਵਾਲੇ ਨੇ। ਸਾਧ ਸੰਗਤ ਜੀ ਅੱਜ ਝੋਲੀ ਅੱਡ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਤੋਂ ਅੱਗੇ, ਮਹਾਰਾਜ ਦੇ ਅੱਗੇ ਜੋ ਵੀ ਅੱਜ ਮੰਗਾਂਗੇ ਮਹਾਰਾਜ ਦੇਣਗੇ। ਇੱਥੋਂ ਤੱਕ ਵੀ ਬਿਨ ਮੰਗਿਆ ਹੀ ਦੇ ਦੇਣਗੇ ਅੱਜ, ਕਿਉਂਕਿ ਅੱਜ ਮਹਾਰਾਜ ਦੀ ਖੁਸ਼ੀ ਹੈ। ਤੇ ਜਦੋਂ ਗੁਰੂ ਸਾਹਿਬ ਤਰੁੱਠੇ ਹੋਣ ਫਿਰ ਬਿਨਾਂ ਮੰਗਿਆਂ ਤੋਂ ਹੀ ਮਿਲ ਜਾਂਦਾ ਹੈ। ਅੱਜ ਸਾਰਿਆਂ ਤੇ ਗੁਰੂ ਸਾਹਿਬ ਦੀ ਖੁਸ਼ੀ ਹੈ। ਸਾਧ ਸੰਗਤ ਜੋ ਸੋਚ ਵੀ ਲਿਆ ਉਹ ਵੀ ਗੁਰੂ ਅਰਜਨ ਦੇਵ ਸਾਡੀ ਝੋਲੀ 'ਚ ਪਾਉਣਗੇ। ਆਓ ਸਦਾ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਹਿਰਦਿਆਂ 'ਚ ਵਸਾਈਏ। ਉਹ ਗੁਰੂ ਜੀ ਦੀ ਯਾਦ ਬਾਣੀ ਰੂਪ 'ਚ ਆਪਾਂ ਸਦਾ ਹੀ ਆਪਣੇ ਹਿਰਦਿਆਂ 'ਚ ਵਸਾ ਕੇ ਰੱਖੀਏ। ਮਥੁਰਾ ਜੀ ਕਹਿੰਦੇ ਭਾਈ ਕੋਈ ਫਰਕ ਨਹੀਂ, ਕੋਈ ਭੇਦ ਨਹੀਂ, ਕੋਈ ਦੂਸਰਾਪਣ ਨਹੀਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਪਰਮੇਸ਼ਰ ਦਾ ਰੂਪ ਹਨ। ਗੁਰੂ ਅਰਜਨ ਦੇਵ ਮਹਾਰਾਜ ਨੇ ਲਾਹੌਰ ਦੀਆਂ, ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੇ ਤਤੀਆਂ ਤਵੀਆਂ ਤੇ ਬਹਿ ਕੇ ਤੱਤਾ ਰੇਤਾ ਆਪਣੇ ਸੀਸ 'ਚ ਪਵਾਇਆ, ਭਾਣਾ ਮੰਨਿਆ ਅਕਾਲ ਪੁਰਖ ਜੀ ਦਾ। ਔਰ ਅਖੀਰ ਰਾਵੀ ਦੇ ਕੰਢੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਦਾ ਵਾਸਤੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਦਾ ਵਾਸਤੇ ਉਸ ਅਕਾਲ ਪੁਰਖ ਵਿੱਚ ਅਭੇਦ ਹੋ ਗਏ। ਪਿੱਛੋਂ ਗੁਰੂ ਕੀਆਂ ਸੰਗਤਾਂ ਪਿਆਰ ਵਾਲੇ ਜਿੱਥੇ ਵੈਰਾਗ ਦੇ ਅਥਰੂ ਬਹਾਉਂਦੇ ਨੇ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਵੀ ਕਰਦੇ ਨੇ। ਸੋ ਸਤਿਗੁਰੂ ਮਹਾਰਾਜ ਦੀ ਜਦੋਂ ਸ਼ਹੀਦੀ ਹੋਈ ਨਾ, ਇੱਕ ਵਾਰ ਕਹਿੰਦੇ ਲਾਹੌਰ ਕੰਬਿਆ। ਜਦੋਂ ਐਸਾ ਕੋਈ ਵਾਕਿਆ ਹੁੰਦਾ ਨਾ ਉਦੋਂ 4 ਚੁਫੇਰੇ ਸਾਧ ਸੰਗਤ ਜੀ ਕੰਬਣੀ ਛਿੜ ਜਾਂਦੀ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਨਾ ਸਰਹੰਦ ਦੀ ਧਰਤੀ ਤੇ, ਬੜੀ ਭਾਰੀ ਹਨੇਰੀ ਤੂਫਾਨ ਝੱਖੜ ਝੁੱਲਿਆ ਸੀ।
ਲੋਕਾਂ ਦੇ ਹਿਰਦੇ ਕੰਬ ਗਏ ਸੀ। ਜਦੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਸੀ, ਉਸ ਵੇਲੇ ਵੀ ਇਤਿਹਾਸ ਗਵਾਹੀ ਭਰਦਾ ਹੈ। ਦਿੱਲੀ ਦੇ ਵਿੱਚ ਸਾਧ ਸੰਗਤ ਜੀ ਇੱਕ ਤੂਫਾਨ ਆਇਆ, ਹਨੇਰ ਛਾ ਗਿਆ ਸੀ, ਲੋਕਾਂ ਦੇ ਦਿਲ ਕੰਬੇ। ਅੱਜ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਦੀ ਧਰਤੀ ਦੇ ਉੱਤੇ ਸ਼ਹੀਦ ਕੀਤਾ, ਤਤੀਆਂ ਤਬੀਆਂ ਤੇ ਬਿਠਾਇਆ, ਪਰ ਗੁਰੂ ਸਾਹਿਬ ਸ਼ਾਂਤ ਰਹੇ। ਪਰ ਇੱਕ ਵਾਰ ਸਾਰੇ ਲਾਹੌਰ ਦੀਆਂ ਕੰਧਾਂ ਵੀ ਸਾਧ ਸੰਗਤ ਜੀ ਕੰਬੀਆਂ, ਲਾਹੌਰ ਦੀ ਧਰਤੀ ਕੰਬੀ, ਕਿਉਂਕਿ ਇੱਕ ਸਤਪੁਰਖ ਨੂੰ ਸ਼ਹੀਦ ਕੀਤਾ ਹੈ, ਇੱਕ ਸਤਪੁਰਖ ਦਾ ਕਤਲ ਕੀਤਾ ਹੈ, ਸ਼ਹੀਦ ਕੀਤਾ ਹੈ, ਉਸ ਨੂੰ ਸ਼ਹੀਦ ਕੀਤਾ ਹੈ ਜਿਹਦੇ ਵਰਗਾ ਸੰਸਾਰ 'ਚ ਕੋਈ ਨਹੀਂ, ਜਿਹਨੂੰ ਮਥਰਾ ਜੀ ਵਰਗੇ ਜਹਾਜ਼ ਰੂਪ ਕਲਯੁਗ ਦੇ ਸਮੇਂ ਦਾ ਦੱਸ ਰਹੇ ਨੇ। ਐਸੇ ਪ੍ਰਤੱਖ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਸ ਧਰਤੀ ਤੇ ਸ਼ਹੀਦ ਕੀਤਾ ਗਿਆ ਹੋਵੇ, ਉਹ ਧਰਤੀ ਕੰਬੇ ਨਾ ਤੇ ਹੋਰ ਕੀ ਕਰੇ। ਜਦੋਂ ਮਹਾਰਾਜ ਦੀ ਸ਼ਹੀਦੀ ਹੋਈ ਉਸ ਵੇਲੇ ਸਾਰਾ ਲਾਹੌਰ ਕੰਬਿਆ। ਇੱਕ ਧਾਰਨਾ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ 'ਚ ਜੁੜਾਂਗੇ। ਸਾਰੀ ਸੰਗਤ ਦਾ ਧੰਨਵਾਦ ਹੈ, ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਰਹਿਮਤਾਂ ਕਰ ਸਾਰੀ ਸੰਗਤ ਦੇ, ਸਤਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਐਸੇ ਤਰ੍ਹਾਂ ਆਪਣੇ ਚਰਨਾਂ 'ਚ ਜੋੜ ਕੇ ਰੱਖਣ। ਸੋ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਸਾਰਿਆਂ ਦਾ ਧੰਨਵਾਦ ਹੈ। ਹੁਕਮ ਹੋਇਆ ਸੀ ਕਿ ਹਾਜ਼ਰੀ ਭਰੋ, ਸੋ ਮੈਂ ਪਟਿਆਲੇ ਸੀ ਕਈ ਦਿਨਾਂ ਤੋਂ, ਸੋ ਅੱਜ ਸਵੇਰੇ ਹੀ ਮੈਂ ਆਇਆ ਹਾਂ ਤੇ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਸਵੇਰੇ ਮੈਨੂੰ ਫੇਰ ਜਾਣਾ ਪੈਣਾ, ਕਿਉਂਕਿ ਪਰਸੋਂ ਦਾ ਜਿਹੜਾ ਦੀਵਾਨ ਹੈ ਉਹ ਮਾਨਸੇ ਜ਼ਿਲ੍ਹੇ ਵਿੱਚ ਹੈ। ਮਾਨਸਾ ਜ਼ਿਲ੍ਹਾ, ਪਹਿਲਾਂ ਆਪਾਂ ਰੋਪੜ ਤੋਂ ਜਾਵਾਂਗੇ ਫਤਿਹਗੜ੍ਹ ਸਾਹਿਬ ਪਹਿਲਾ ਜ਼ਿਲ੍ਹਾ, ਫਿਰ ਦੂਜਾ ਪਟਿਆਲਾ, ਫਿਰ ਸੰਗਰੂਰ, ਉਸ ਤੋਂ ਬਾਅਦ ਮਾਨਸਾ ਜ਼ਿਲ੍ਹਾ। ਸੋ ਤਿੰਨ ਤੋਂ ਚੌਥੇ ਜ਼ਿਲ੍ਹੇ ਦੇ ਵਿੱਚ ਜਾਣਾ ਹੈ। ਤਕਰੀਬਨ 200 ਕਿਲੋਮੀਟਰ ਤੋਂ ਉੱਤੇ ਹੈ। ਪਰਸੋਂ ਉੱਥੇ ਮਹਾਂਪੁਰਖਾਂ ਦਾ ਸਥਾਨ ਹੈ, ਹਰ ਸਾਲ ਉੱਥੇ ਹਾਜ਼ਰੀ ਭਰੀ ਦੀ ਹੈ, ਸੋ ਉੱਥੇ ਜਾਣਾ ਹੈ। ਸੋ ਆਪਣਾ ਇਹ ਨਗਰ ਹੈ, ਹਾਜ਼ਰੀ ਭਰਨੀ ਵੀ ਚਾਹੀਦੀ ਹੈ। ਸੋ ਆਪਾਂ ਸਾਰਿਆਂ ਨਾਲ ਕੇ ਹਾਜ਼ਰੀ ਭਰੀ ਹੈ। ਮਥਰਾ ਭੱਟ ਜੀ ਦੇ ਗੁਰਬਾਣੀ ਦੇ ਬੋਲ ਸਾਂਝੇ ਕੀਤੇ, ਕਿਉਂਕਿ ਜਦੋਂ ਤੱਕ ਬਾਣੀ ਦੀ ਆਪਾਂ ਵਿਚਾਰ ਨਾ ਕਰੀਏ ਉਦੋਂ ਤੱਕ ਗੱਲ ਨਹੀਂ ਬਣਦੀ। ਕਈ ਵਾਰ ਆਪਾਂ ਸਾਖੀਆਂ ਜੀਆਂ ਸੁਣਾਈ ਜਾਈਏ ਨਾ, ਜੇ ਸਾਖੀਆਂ ਸੁਣਾਈ ਜਾਈਏ, ਕਈ ਵਾਰ ਉੱਠ ਕੇ ਸੰਗਤ ਚੋਂ ਕਈ ਜਗ੍ਹਾ ਬੰਦੇ ਬੋਲਣ ਆ ਜਾਂਦੇ, ਕਹਿੰਦੇ ਤੁਸੀਂ 100 ਵਾਰ ਪਨੀ ਹਜ਼ਾਰਾਂ ਵਾਰ ਸਾਖੀ ਸੁਣ ਲਈ, ਮਹਾਰਾਜ ਤਤੀ ਤਵੀ ਤੇ ਬੈਠੇ, ਤਵੀ ਤੇ ਬੈਠੇ, ਇਹ ਤਾਂ ਬੱਚਾ ਜਾਣਦਾ। ਸੋ ਆਪਾਂ ਨੇ ਗੁਰਬਾਣੀ ਦੀ ਵਿਚਾਰ ਕੀਤੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਕੀ ਸਨ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਆ ਕੇ ਕੀ ਮਿਲਦਾ ਹੈ, ਕੀ ਪ੍ਰਦਾਨ ਕਰਦੇ ਗੁਰੂ ਅਰਜਨ ਦੇਵ ਮਹਾਰਾਜ। ਇਹ ਮਥਰਾ ਭੱਟ ਜੀ ਦੇ ਬੋਲ ਆਪਾਂ ਗੁਰਬਾਣੀ ਦੇ ਸਾਂਝੇ ਕੀਤੇ ਹੈ। ਸਾਧ ਸੰਗਤ ਜੀ, ਉਮੀਦ ਹੈ ਕਿ ਸਾਡੇ ਹਿਰਦਿਆਂ 'ਚ ਵਸਣਗੇ। ਸਤਿਗੁਰੂ ਰਹਿਮਤਾਂ ਕਰਨ। ਸਾਰਾ ਲਾਹੌਰ ਕੰਬਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਸ਼ਹੀਦ ਕੀਤਾ ਗਿਆ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ, ਤਿੰਨਾਂ ਹਿੱਸਿਆਂ 'ਚ ਪੜ੍ਹਿਓ। ਪਹਿਲਾਂ ਦਾਸ ਪੜ੍ਹਦਾ, ਫਿਰ ਸਾਰੇ ਭਾਈ ਪੜ੍ਹਨ, ਤੀਸਰੇ 'ਚ ਸਾਰੀਆਂ ਮਾਈਆਂ ਭੈਣਾਂ ਬੀਬੀਆਂ ਪਿਆਰ ਵਿੱਚ ਪੜ੍ਹਿਓ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ, ਸਾਰਾ ਹੀ ਲਾਹੌਰ ਕੰਬਿਆ। ਬੜੀ ਸੌਖੀ ਹੈ ਧਾਰਨਾ, ਜਿਹੜੀ ਪੜ੍ਹਨੀ ਬੜੀ ਸੌਖੀ ਹੈ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਇਹ ਧਾਰਨਾ ਪ੍ਰਾਰੰਭ ਕੀਤੀਆਂ ਸੀ। ਸੰਗਤ ਦੇ ਵਿੱਚ ਜੋ ਪੜ੍ਹੀਆਂ ਜਾਂਦੀਆਂ, ਆਪਣੇ ਆਪ ਹੀ ਸਾਧ ਸੰਗਤ ਜੀ ਗੁਰੂ ਚਰਨਾਂ ਦੇ ਵਿੱਚ ਮਨ ਜੁੜ ਜਾਂਦਾ ਹੈ। ਸਾਰੇ ਪਿਆਰ ਨਾਲ ਪੜ੍ਹਿਓ, ਫਿਰ ਸਮਾਪਤੀ ਹੈ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ, ਸਾਰਾ ਹੀ ਲਾਹੌਰ ਕੰਬਿਆ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ, ਸਾਰਾ ਹੀ ਲਾਹੌਰ ਕੰਬਿਆ। ਜਦੋਂ ਤਵੀ ਤੇ ਬਿਠਾਇਆ, ਰਹਿ ਨਾ ਜਾਵੇ ਕੋਈ, ਸਾਰਾ ਲਾਹੌਰ ਕੰਬਿਆ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ, ਹਾਂਜੀ ਸਾਰਾ ਹੀ ਲਾਹੌਰ ਕੰਬਿਆ। ਵਾਹ ਵਾਹ। ਸਾਰਾ ਹੀ ਲਾਹੌਰ ਕੰਬਿਆ। ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਜੀ, ਤਵੀ ਤੇ
ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਸਾਰਾ ਹੀ ਲਾਹੌਰ ਕੰਬਿਆ ਸਾਰਾ ਹੀ ਜੀ ਲਾਹੌਰ ਕੰਬਿਆ ਸਾਰਾ ਜੀ ਲਾਹੌਰ ਕੰਬਿਆ ਸਾਰਾ ਜੀ ਲਾਹੌਰ ਕੰਬਿਆ ਸਾਰਾ ਜੀ ਲਾਹੌਰ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਤਵੀ ਤੇ ਬਿਠਾਇਆ ਜਦੋਂ ਗੁਰੂ ਜੀ ਤੇ ਬਿਠਾਇਆ ਜਦੋਂ ਗੁਰੂ ਜੀ ਨੂੰ ਤਵੀ ਤੇ ਹਾਂਜੀ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਜੀ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਸਾਰਾ ਹੀ ਲਾਹੌਰ ਕੰਬਿਆ ਸਾਰਾ ਹੀ ਲਾਹੌਰ ਕੰਬਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਉਂਦੇ ਆ ਸਾਰਾ ਲਾਹੌਰ ਕੰਬਦਾ ਹੈ। ਸਾਰੇ ਸਾਧ ਸੰਗਤ ਜੀ ਘਬਰਾਉਂਦੇ ਆ ਇਹ ਹੋ ਕੀ ਗਿਆ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੀ ਕਰ ਰਹੇ ਨੇ ਤੇਰਾ ਕੀਆ ਜੀ ਸਾਨੂੰ ਮਿੱਠਾ ਮਿੱਠਾ ਲੱਗਦਾ 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 ਮਿੱਠਾ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ 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 ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ ਮਿੱਠਾ ਲੱਗਦਾ
तेरा किया मीठा लागे, किया मीठा लागे। हर नानक नाम पदार्थ मांगे, हर नानक नाम पदार्थ मांगे। तेरा किया मीठा लागे, हर नाम पदार्थ नानक मांगे। गुरु साहब जी तत्ती तवी ते भी पाना मन रहे, अखीर शहीदी नूं प्राप्त हो गए। अज कितने साल हो गए गुरु अर्जन देव महाराज नूं? 1604 ईस्वी नूं महाराज सच्चे पातशाह जी बाणी दा बोहित त्याग करते हैं, आदि श्री गुरु ग्रंथ ਸਾਹਿਬ महाराज दा। उतों 2 साल बाद 1606 ईस्वी नूं गुरु अर्जन देव महाराज जी की शहीदी हुंदी है। वेख लो कितना समा हो गया, 16वीं सदी तो लैके हुण 20वीं सदी चल रही है। अज भी गुरु की संगतां दे मनां विच गुरु अर्जन देव महाराज जी सदा वास्ते बैठे ने। ऐसे तरह ही महाराज सच्चे पातशाह जी की याद साडे हिरदियां विच वसदी रवे। असीं महाराज जी दे दिहाड़े ते ऐसे तरह बाणी पढ़ के गुरु दीआं खुशियां लैंदे रहिए। यही अरदास बेनती गुरु चरनां च करनी है। बेअंत भुल्लां दास पासों होईयां ने, संगत और सतगुरु जी बख्शण जोग हन। जो गुरबाणी दे बोल आप जी नूं चंगे लगे वो अपने हिरदियां च वसाओ। लोक सुखी परलोक सहेले नानक हर प्रभ आपे मेले आनंद साहब जुड़िए। फिर अरदास बेनती हुक्मनामे कड़ा प्रसादी दे फिर गुरु साहब तो आपां सारियां ने आग्या लेनी है। राम कली महला तीजा। आनंद को ओंकार सतगुर प्रसाद। आनंद पया मेरी माए सतगुरु मैं पाया। सतगुर ता पाया सहज सेती मन जिया वाधाइयां। परिवार कलियां शब्द गावन आया। सब गोता गावो हरि केरा मन जिनी वसाया। नानक आनंद हुआ सतगुरु ने पाया। ए मन मेरा तू सदा रहो हर नाले। हर नाल रो तू मन मेरे दुख सब विसारना। अंगीकारो करे तेरा कारज सब सवारना। सबना गला समरथ स्वामी सो क्यों मनो विसारे। कहे नानक मन मेरे सदा रहो हर नाले। साचे साहिबा क्या नहीं कर तेरा। करता तेरा सब कुछ है जिस दे सो पावे। सदा सिख सलाह तेरी ना मन वसावे। नाम जिन कह मन वसया वाचे शब्द कनेरे। कह नानक सच्चे साहिब क्या नहीं कर तेरा। साचा नाम मेरा आधारो साच नाम आधार मेरा। का सब गवाइया कर शांत मन आए बसिया जिन इच्छा सब पुजाइया। सदा कुर्बान किता गुर विटों जिस दियां ए वड्याइयां। कह नानक सुनो संतो सब तरो प्यारो। साचा नाम मेरा आधार भजे पंच शब्द तितकार सभागै। अर्श वागै शब्द बाजे कला जित कर तारिया। पंच दूत तुद वस कीते काल कंटक मारिया। गुर कर्म पाया जिनको से नाम हर कर लागे। कह नानक तै सुख होआ चित करे अनहद वाजे। अंत सुनो मट भागियो सगल मनोरथ पूरे। पार ब्रह्म प्रभ पाया उतने सगल बिसूरे। दुख रोग संताप तरे सुनी सची बाणी। संत साजन पे सरसे पूरे गुर ते जानी। पुनीत कहते पवित्र सतगुर रहा भरपूरे। बिनवंत नानक गुर चारण लागे वाजे अनहद तुरे सलोक। पवन गुरु पानी पिता माता धरत मात। दिवस रात दोए दाई दाया खेलै सगल जगत। जंगियां बुरियां वाजे धर्म दूर। करमी आपो अपनी के नेड़े के दूर। जिनी नाम ते आया गए विशक्त काल। नानक ते मुख उजले के
ਕੀਤੀ ਛੁੱਟੀ ਨਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੋ ਰਹੀ ਹੈ ਤੇਰੀ ਜੈ ਜੈਕਾਰ 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 ਖੰਡਾਂ ਤੇ ਬ੍ਰਹਮੰਡਾਂ ਵਿੱਚ 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 ਜੈ ਜੈਕਾਰ ਤੇਰੀ ਜੈ ਜੈਕਾਰ 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 ਧੰਨ ਸ਼੍ਰੀ ਗੁਰੂ ਅਰਜਨ ਸਾਹਿਬ 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 ਤਾਰਨ ਗਗਨ ਨਵ ਖੰਡ ਮੈਂ ਤਾਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ ਜੋਤ ਰੂਪੀ ਹਾਂਜੀ ਖੰਡਾਂ ਤੇ ਬ੍ਰਹਮੰਡਾਂ ਵਿੱਚ ਖੰਡਾਂ ਤੇ ਬ੍ਰਹਮੰਡਾਂ ਵਿੱਚ ਖੰਡਾਂ ਤੇ ਬ੍ਰਹਮੰਡਾਂ ਵਿੱਚ ਖੰਡਾਂ ਤੇ ਬ੍ਰਹਮੰਡਾਂ ਵਿੱਚ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ